ਚੱਲ ਕੇ ਮੈਂ ਤੱਕੀ ਤੋ ਸਰਣ ਆਏ ਜੀਉ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭ ਦੁੱਖ ਗਵਾਏ ਜੀਉ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਰਸਨਾ ਉਚਰੰਤ ਨਾਮੰ, ਸ਼੍ਰਵਣੰ ਸੁਨੰਤ ਸ਼ਬਦ ਅੰਮ੍ਰਿਤਾਹ। ਨਾਨਕ ਤਿਨ ਸਦ ਬਲਿਹਾਰੰ, ਜਿਨਾ ਧਿਆਨ ਪਾਰ ਬ੍ਰਹਮਣੈ। ਹਬ ਕੂੜਾਵੇ ਕੰਮ, ਇਕਸ ਸਾਈ ਬਾਹਰੇ। ਨਾਨਕ ਸੇਈ ਧਨ, ਜਿਨਾ ਪਿਰਹੜੀ ਸੱਚ ਸਿਉ। ਪੌੜੀ। ਸਦ ਬਲਿਹਾਰੀ ਤਿਨਾ, ਜੇ ਸੁਣਤੇ ਹਰ ਕਥਾ। ਪੂਰੇ ਤੇ ਪ੍ਰਧਾਨ, ਨਿਵਾਵਹਿ ਪ੍ਰਭ ਮੱਥਾ। ਹਰ ਜਸ ਲਿਖਹਿ ਬੇਅੰਤ, ਸੋ ਹੈ ਸੇ ਹੱਥਾ। ਚਰਨ ਪੁਨੀਤ ਪਵਿੱਤਰ, ਚਾਲਹਿ ਪ੍ਰਭ ਪਥਾ। ਸੰਤਾਂ ਸੰਗ ਉਧਾਰ, ਸਗਲਾ ਦੁਖ ਲੱਥਾ। ਸ਼ਲੋਕ। ਰਸਨਾ ਉਚਰੰਤ ਨਾਮੰ, ਸ਼੍ਰਵਣੰ ਸੁਨੰਤ ਸ਼ਬਦ ਅੰਮ੍ਰਿਤਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸੰਗਤਾਂ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਜੈ ਸ੍ਰੀ ਰਾਗ ਦੀ ਵਾਰ ਦੀ ਕਥਾ ਆਪ ਸੰਗਤਾਂ ਸਰਵਣ ਕਰਦੇ ਹੋ। 13 ਸ਼ਲੋਕਾਂ ਦੀ ਕਥਾ ਸੰਪੂਰਨ ਹੋ ਚੁੱਕੀ ਹੈ। ਦਿਗਵਿਜੈ ਪੰਡਤ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਦੀ ਅਵਸਥਾ ਦੇ ਬਾਰੇ ਦੱਸੋ, ਉਹਨਾਂ ਦੀ ਕਰਨੀ
ਉਹਨਾਂ ਦੀ ਰਹਿਣੀ ਅਤੇ ਉਹਨਾਂ ਦੇ ਕਰਤੱਵ ਕਿਹੋ ਜਿਹੇ ਹੁੰਦੇ ਨੇ, ਤਾਂ ਹਜ਼ੂਰ ਇਹਦਾ ਕੀ ਜਵਾਬ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਰਸਨਾ ਉਚਰੰਤ ਨਾਮੰ ਸ਼੍ਰਵਣੰ ਸੁਨੰਤ ਸ਼ਬਦ ਅੰਮ੍ਰਿਤਾਹ। ਸ਼ਲੋਕ ਕਾਵਿ ਰਚਨਾ ਵਿੱਚ ਛੰਦ ਦਾ ਨਾਮ ਹੈ। ਸ਼ਲੋਕ ਛੰਦ ਵਿੱਚ ਹਜ਼ੂਰ ਫਰਮਾਉਂਦੇ ਹਨ, ਜੋ ਗੁਰਮੁਖ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰਦੇ ਹਨ, ਉਹਨਾਂ ਦਾ ਕਰਤੱਵ ਕੀ ਹੁੰਦਾ ਹੈ। ਰਸਨਾ ਉਚਰੰਤ ਨਾਮੰ, ਉਹ ਆਪਣੀ ਰਸਨਾ ਤੋਂ ਹਰ ਵੇਲੇ ਵਾਹਿਗੁਰੂ 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 ਨਾਮ ਉਚਾਰਨ ਕਰਦੇ ਹਨ। ਹੋਰ ਕੀ ਕਰਦੇ ਹਨ। ਸ਼੍ਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ। ਸ਼੍ਰਵਣੰ ਦਾ ਅਰਥ ਹੈ ਕੰਨ। ਉਹ ਕੰਨਾਂ ਦੁਆਰਾ ਜੋ ਸਤਿਗੁਰੂ ਦੇ ਸ਼ਬਦ ਅੰਮ੍ਰਿਤ ਰੂਪ ਨੇ। ਅੰਮ੍ਰਿਤ ਜਿਹੜਾ ਸ਼ਬਦ ਹੈ, ਇਹਦੇ ਵੀ ਕਈ ਅਰਥ ਨੇ। ਪ੍ਰਕਰਨ ਦੇ ਅਨੁਸਾਰ ਅਰਥ ਕਰਨੇ ਪੈਂਦੇ ਹਨ। ਜਥਾ ਪ੍ਰਕਰਣੰ ਤਥਾ ਅਰਥੰ। ਅੰਮ੍ਰਿਤ ਤੋਂ ਭਾਵ ਹੈ ਜੋ ਮੌਤ ਦੇ ਡਰ ਨੂੰ ਦੂਰ ਕਰ ਦੇਵੇ। ਮ੍ਰਿਤ ਮੌਤ ਨੂੰ ਕਹਿੰਦੇ ਨੇ ਅੰਮ੍ਰਿਤ। ਜਿਹੜਾ ਉਸ ਮੌਤ ਦੇ ਡਰ ਨੂੰ ਦੂਰ ਕਰ ਦੇਵੇ ਉਹਨੂੰ ਅੰਮ੍ਰਿਤ ਕਹਿੰਦੇ ਨੇ। ਮੌਤ ਦੇ ਡਰ ਨੂੰ ਕਿਹੜੀ ਚੀਜ਼ ਦੂਰ ਕਰਦੀ ਹੈ। ਸ਼ਬਦ, ਸਤਿਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਸ਼੍ਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ। ਜੋ ਗੁਰਮੁਖ ਪਿਆਰੇ ਰਸਨਾ ਤੋਂ ਨਾਮ ਜਪਦੇ ਹਨ ਤੇ ਕੰਨਾਂ ਦੁਆਰਾ ਅੰਮ੍ਰਿਤ ਰੂਪ ਸ਼ਬਦ ਗੁਰਬਾਣੀ ਨੂੰ ਸੁਣਦੇ ਹਨ। ਨਾਨਕ ਤਿਨ ਸਦ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਅਨਵੇਂ ਕਰਕੇ ਅਰਥ ਲੱਗੇਗਾ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਧਿਆਨ ਹਰ ਵੇਲੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਜੋ ਅਕਾਲ ਪੁਰਖ ਹੈ, ਉਹਦੇ ਵਿੱਚ ਜੁੜਿਆ ਰਹਿੰਦਾ ਹੈ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਨਾਨਕ ਤਨ ਸਦ ਬਲਿਹਾਰੰ, ਅਸੀਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਨਾਲ ਉਹਨਾਂ ਦੀ ਅਵਸਥਾ ਵੀ ਦੱਸ ਦਿੱਤੀ, ਨਿਸ਼ਾਨੀਆਂ ਵੀ ਦੱਸ ਦਿੱਤੀਆਂ। ਜੋ ਰਸਨਾ ਤੋਂ ਨਾਮ ਜਪਦੇ ਨੇ, ਕੰਨਾਂ ਦੁਆਰਾ ਸ਼ਬਦ ਗੁਰਬਾਣੀ ਨੂੰ ਸਰਵਣ ਕਰਦੇ ਹਨ, ਜਿਨ੍ਹਾਂ ਦਾ ਧਿਆਨ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ, ਐਸੇ ਜੋ ਮਹਾਂਪੁਰਖ ਨੇ, ਅਸੀਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਂਛੋ ਤੂਰ। ਸ਼ਬਦ ਹਜ਼ਾਰੇ ਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਹਨ। ਹਉ ਕੁਰਬਾਨੈ ਜਾਉ ਮਿਹਰਵਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ। ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ। ਹਉ ਸਦ ਕੁਰਬਾਨਾ ਜਾਉ। ਉਹ ਪਰਮੇਸ਼ਰ ਦੇ ਪਿਆਰੇ ਜੋ ਹਰ ਵੇਲੇ ਵਾਹਿਗੁਰੂ ਦੇ ਨਾਲ ਹੀ ਜੁੜੇ ਰਹਿੰਦੇ ਨੇ। ਅੰਤਰ ਗੋਰਿਆ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ,
ਦਰਗਹਿ ਪਾਈਐ ਠਾਓ। ਜਿਹੜੇ ਐਸੀ ਅਵਸਥਾ ਦੇ ਮਾਲਕ ਨੇ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਹਬ ਕੂੜਾਵੇ ਕੰਮ ਇੱਕ ਸਸਾਈ ਬਾਹਰੇ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਹਨਾਂ ਮਹਾਂਪੁਰਖਾਂ ਦੀ ਇਹ ਅਵਸਥਾ ਬਣ ਜਾਂਦੀ ਹੈ, ਇਕਸ ਸਾਈਂ ਬਾਹਰੇ। ਇੱਥੇ ਜਿਹੜਾ ਸਾਈ ਸ਼ਬਦ ਭਾਵੇਂ ਬਿੰਦੀ ਤੋਂ ਰਹਿਤ ਆਇਆ ਹੈ, ਪਰ ਇਹਦਾ ਅਰਥ ਸਾਈਂ ਬਣੇਗਾ। ਇਹ ਮੂਲਕ ਬਿੰਦੀ ਹੈ ਜੋ ਦਮਨੀ ਟਕਸਾਲ ਸੰਪਰਦਾਇ ਪਿੰਡਰਾਂ ਦੇ ਮਹਾਂਪੁਰਖ ਹਨ। ਉਹ ਕਹਿੰਦੇ ਨੇ ਜਿੱਥੇ ਮੂਲਕ ਬਿੰਦੀ ਨਹੀਂ ਲਿਖੀ ਹੁੰਦੀ, ਉਹਦਾ ਸੂਖਮ ਉਚਾਰਨ ਕਰ ਲੈਣਾ ਚਾਹੀਦਾ ਤਾਂ ਕਿ ਅਰਥ ਸਪਸ਼ਟ ਹੋ ਜਾਵੇ। ਇਕਸ ਸਾਈਂ ਬਾਹਰੇ, ਇੱਕ ਸਾਈਂ ਤੋਂ ਬਗੈਰ ਭਾਵ ਉਹ ਸਾਧਨ ਜਿਨ੍ਹਾਂ ਰਾਹੀਂ ਵਾਹਿਗੁਰੂ ਨਾਲ ਜੁੜਿਆ ਜਾਂਦਾ ਹੈ। ਰਸਨਾ ਤੋਂ ਨਾਮ ਜਪਣਾ, ਕੰਨਾਂ ਦੁਆਰਾ ਨਾਮ ਬਾਣੀ ਸ਼ਬਦ ਅੰਮ੍ਰਿਤ ਨੂੰ ਸੁਣਨਾ, ਇਹ ਸਾਈਂ ਦੇ ਕੰਮ ਨੇ। ਇਹਨਾਂ ਤੋਂ ਬਿਨਾਂ ਹਬ ਕੂੜਾਵੇ ਕੰਮ, ਹੋਰ ਜਿੰਨੇ ਦੁਨੀਆ ਦੇ ਕੰਮ ਧੰਦੇ ਨੇ ਉਹ ਸਾਰੇ ਦੇ ਸਾਰੇ ਝੂਠੇ ਸਮਝਦੇ ਹੈ। ਇਹ ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ ਹੁੰਦੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮੈਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕੰਮ, ਹਬ ਕੂੜਾਵੇ ਕੰਮ। ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਹੈ ਸਾਈਂ ਦਾ ਕੰਮ। ਇਹ ਹੈ ਗੋਬਿੰਦ ਦੀ ਚਾਕਰੀ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਇਸ ਤੋਂ ਬਿਨਾਂ ਹੋਰ ਸਾਰੇ ਕੰਮ ਉਹ ਝੂਠੇ ਸਮਝਦੇ ਹਨ। ਨਾਨਕ ਸਈ ਧਨ ਜਿਨਾ ਪਿਰਹੜੀ ਸੱਚ ਸਿਉ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰੇ ਧਨ ਤਾਂ ਯੋਗ ਨੇ, ਉਹ ਸ਼ਾਬਾਸ਼ ਦੇ ਪਾਤਰ ਨੇ ਜਿਨ੍ਹਾਂ ਪਿਰਹੜੀ ਸੱਚ ਸਿਉ, ਜਿਨ੍ਹਾਂ ਦੀ ਕੇਵਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਮੁਹੱਬਤ ਬਣੀ ਹੋਈ ਹੈ, ਜਿਹੜੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਹਨ। ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਲਿਖਿਆ ਹੈ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ। ਨਾਥ ਫਿਰਿਓ ਲਈ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗੁਆਇਓ। ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਅਖੀਰਲੀ ਪੰਕਤੀ ਹੈ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਪਿਰਹੜੀ ਸੱਚ ਸਿਉ, ਜਿਨ੍ਹਾਂ ਦੀ ਉਹ ਸੱਚੀ ਵਾਹਿਗੁਰੂ ਦੇ ਨਾਲ ਮੁਹੱਬਤ ਬਣੀ ਹੋਈ ਹੈ, ਵੀ ਉਹ ਮਹਾਂਪੁਰਖ ਧੰਤਾ ਯੋਗ ਹਨ। ਪੌੜੀ ਸਦ ਬਲਿਹਾਰੀ ਤਿਨਾ, ਜੇ ਸੁਣਤੇ ਹਰ ਕਥਾ। ਹੁਣ ਪੌੜੀ ਛੰਦ ਵਿੱਚ ਉਹਨਾਂ ਸ਼ਲੋਕਾਂ ਦਾ ਅਨੁਵਾਦ ਕਰਦੇ ਹਨ। ਪਿਛਲੀ ਵਿਚਾਰਧਾਰਾ ਨੂੰ ਪੰਜਾਬੀ ਬੋਲੀ ਵਿੱਚ ਸਮਝਾਉਂਦੇ ਹਨ। ਸਦ ਬਲਿਹਾਰੀ ਤਿਨਾ, ਜੇ ਸੁਣਤੇ ਹਰ ਕਥਾ। ਅਸੀਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ, ਜਿਹੜੇ ਭਾਈ ਹਰ ਕਥਾ ਉਸ ਵਾਹਿਗੁਰੂ ਪਰਮੇਸ਼ਰ ਦੀ ਕਥਾ ਨੂੰ ਸੁਣਦੇ ਨੇ। ਕਥਾ ਦਾ ਬਹੁਤ ਵੱਡਾ ਮਹਾਤਮ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਪਏ ਸੁਖ ਸਹਿ। ਚਰਹਿ ਕਸੰਮਲ ਪਾਪ ਤੇਰੀ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੁਆ। ਇਹ ਕਥਾ ਸੁਣਨ ਦੇ ਨਾਲ ਮਨ ਦੀ ਮੈਲ ਤੇ ਪਾਪ ਧੋਤੇ ਜਾਂਦੇ ਨੇ। ਇਸੇ ਲਈ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਹਮੇਸ਼ਾ ਲਈ ਵਾਹਿਗੁਰੂ ਦੀ ਕਥਾ ਵਾਰਤਾ ਸੁਣਦੇ ਨੇ, ਗੁਰਬਾਣੀ ਦੀ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਸੁਣਦੇ ਨੇ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ। ਦੂਸਰੇ ਨੰਬਰ ਤੇ ਉਹ ਗੁਰਮੁਖ ਪਿਆਰੇ ਨਿਵਾਵਹਿ ਪ੍ਰਭ ਮੱਥਾ, ਆਪਣਾ ਮੱਥਾ, ਆਪਣਾ ਸੀਸ ਵਾਹਿਗੁਰੂ ਅੱਗੇ ਝੁਕਾਉਂਦੇ ਨੇ।
ਜਦੋਂ ਪੰਜ ਪਿਆਰੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਹਨ, ਉਸ ਵੇਲੇ ਇਹ ਗੱਲ ਸਮਝਾਉਂਦੇ ਨੇ, ਅੱਜ ਤੋਂ ਤੁਹਾਡਾ ਸੀਸ ਗੁਰੂ ਕਾ ਹੋਇਆ, ਜਦੋਂ ਲੋੜ ਪਵੇ ਇਹ ਸੀਸ ਗੁਰੂ ਵਾਸਤੇ ਤੇ ਗੁਰੂ ਘਰਾਂ ਵਾਸਤੇ ਪੰਥ ਦੇ ਲਈ ਅਰਪਣ ਕਰ ਦੇਣਾ। ਇਹ ਸੀਸ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਅੱਗੇ ਨਹੀਂ ਝੁਕਣਾ ਚਾਹੀਦਾ। ਇਹ ਗੁਰਮਤਿ ਦਾ ਸਿਧਾਂਤ ਹੈ। ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ। ਜਾਪ ਸਾਹਿਬ ਬਾਣੀ ਵਿੱਚ ਕਲਗੀਧਰ ਪਾਤਸ਼ਾਹ ਨੇ ਸਾਨੂੰ ਇਹੀ ਗੱਲ ਸਮਝਾਈ ਹੈ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਜੇ ਨਮਸਕਾਰ ਕਰਨੀ ਹੈ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਕਰਨੀ ਬਣਦੀ ਹੈ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੀ ਕਰ ਹੱਥ। ਗੁਰਸਿੱਖ ਦਾ ਸੀਸ ਗੁਰੂ ਅੱਗੇ ਝੁਕਣਾ ਚਾਹੀਦਾ। ਪਰ ਜਿਹੜੇ ਹੋਰ ਦੁਨੀਆ ਦੇ ਲੋਕ ਨੇ, ਉਹਨਾਂ ਦੇ ਬਾਰੇ ਕਿਸੇ ਕਵੀ ਨੇ ਲਿਖਿਆ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਟ ਮੱਕਾ ਸਰਵਰ ਦਾ ਹਿੜਵਸ ਬਾਬੇ ਨਾਨਕ ਦੀ। ਕਈ ਲੋਕ ਕੋਈ ਹੰਨੇ ਦੀ ਪੂਜਾ ਕਰੀ ਜਾਂਦਾ। ਹੰਨਾ ਕਿਸ ਨੂੰ ਕਹਿੰਦੇ ਨੇ? ਜਦੋਂ ਪੁਰਾਣੇ ਸਮੇਂ ਵਿੱਚ ਲੋਕ ਘੋੜੇ ਦੀ ਸਵਾਰੀ ਕਰਦੇ ਸਨ ਤੇ ਹੰਨਾ ਕਹਿੰਦੇ ਨੇ ਘੋੜੇ ਦੀ ਕਾਠੀ ਦੇ ਹੁੱਡ ਨੂੰ। ਜਦੋਂ ਘੋੜੇ ਤੇ ਚੜ੍ਹਨਾ ਤੇ ਉਹਨੂੰ ਸੀਸ ਝੁਕਾਉਂਦੇ ਸਨ। ਹੁਣ ਵੀ ਕਈ ਜਿਹੜੇ ਡਰਾਈਵਰ ਨੇ, ਗੱਡੀਆਂ ਚਲਾਉਂਦੇ ਨੇ, ਮੋਟਰਸਾਈਕਲ, ਹੋਰ ਮਸ਼ੀਨਰੀ ਆਈ ਹੈ, ਉਹ ਵੀ ਜਦੋਂ ਸਟੀਅਰਿੰਗ ਫੜਦੇ ਨੇ ਉਹ ਵੀ ਸੀਸ ਝੁਕਾਉਂਦੇ ਨੇ। ਹੁਣ ਇਹ ਉਹ ਜਾਣਦੇ ਨੇ ਉਹ ਕਿਹਨੂੰ ਯਾਦ ਕਰਦੇ ਨੇ। ਪਰ ਉਹ ਕਵੀ ਲਿਖਦਾ, ਕਈ ਹੰਨੇ ਨੂੰ ਜਿਹੜੇ ਘੋੜਿਆਂ ਦੀ ਕਾਠੀ ਦਾ ਹੁੱਡ ਹੁੰਦਾ ਹੈ ਜਾਂ ਗੱਡੀਆਂ ਦਾ ਸਟੀਅਰਿੰਗ ਹੁੰਦਾ ਹੈ, ਉਹਨੂੰ ਮੱਥਾ ਟੇਕਦੇ ਨੇ। ਕੋਈ ਬੰਨੇ ਤੋਂ ਭਾਵ ਹੈ ਕੋਈ ਵੱਟ ਬੰਨੇ ਤੇ ਚਾਰ ਕਿੱਟਾਂ ਲਾ ਕੇ ਮਟੀ ਬਣਾ ਲੈਂਦੇ। ਇਹ ਸਾਡੇ ਜੀ ਵੱਡੇ ਵਡੇਰੇ ਨੇ, ਇਹ ਸਾਡੇ ਜਠੇਰੇ ਨੇ, ਉਹਨੂੰ ਮੱਥਾ ਟੇਕੀ ਜਾਂਦੇ ਨੇ। ਪਰ ਨਹੀਂ, ਗੁਰੂ ਦਾ ਹੁਕਮ ਇਹ ਨਹੀਂ ਹੈ। ਸਤਿਗੁਰੂ ਕੀ ਕਹਿੰਦੇ ਨੇ? ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਾਟ ਭੂਲ ਨਾ ਮੰਨੈ। ਗੁਰਸਿੱਖ ਨੇ ਇਹਨਾਂ ਨੂੰ ਤੇ ਭੁੱਲ ਕੇ ਵੀ ਨਹੀਂ ਮੰਨਣਾ। ਪਰ ਦੁਨੀਆ ਦੇ ਲੋਕ ਇਹ ਕੁਛ ਕਰਦੇ ਨੇ। ਗਊ ਪਨਾਵੇ ਜਉ ਭਾਵੇਂ ਅੱਲੇ ਹੀ ਹੋਣ, ਗਰਜ ਦੇ ਮਾਰੇ ਲੋਕ ਮਟੀਆਂ ਨੂੰ ਵੀ ਮੱਥਾ ਟੇਕੀ ਜਾਂਦੇ ਨੇ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ। ਪਹਾੜਾਂ ਵਾਲੀ ਰੰਨ ਆ ਜਿੰਨੀਆਂ ਵੀ ਦੇਵੀਆਂ ਨੇ, ਨੈਣਾ ਦੇਵੀ ਹੈ, ਮਨਸਾ ਦੇਵੀ ਹੈ, 9 ਕਰੋੜ ਦੇਵੀਆਂ ਨੇ। ਇਹਨਾਂ ਦੇ ਮੰਦਰ ਵੀ ਜ਼ਿਆਦਾ ਪਹਾੜੀ ਇਲਾਕਿਆਂ ਵਿੱਚ ਹੀ ਬਣੇ ਹੋਏ ਨੇ, ਉੱਚੇ ਪਹਾੜ ਦੇ ਟਿੱਲਿਆਂ ਤੇ ਚੋਟੀਆਂ ਤੇ ਬਣੇ ਹੋਏ ਨੇ। ਉਹ ਪਹਾੜਾਂ ਵਾਲੀ ਰੰਨ ਦੇਵੀਆਂ ਨੂੰ ਕੋਈ ਮੰਨੀ ਜਾਂਦੇ ਨੇ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਟ ਮੱਕਾ ਸਰਵਰ ਦਾ। ਆ ਸਰਵਰ ਜੀ ਨੂੰ ਲਾਲਾਂ ਵਾਲਾ ਪੀਰ ਵੀ ਕਹਿ ਦਿੰਦੇ ਨੇ ਤੇ ਕਈ ਉਹਨੂੰ ਮੱਥਾ ਟੇਕੀ ਜਾਂਦੇ ਨੇ। ਪਰ ਅਫਸੋਸ ਤੇ ਉਦੋਂ ਆਉਂਦਾ ਹੈ ਜਦੋਂ ਦਾੜੀ ਕੇਸਾਂ ਵਾਲੇ, ਗਾਤਰਿਆਂ ਵਾਲੇ, ਜਿਨ੍ਹਾਂ ਨੇ ਸਿੱਖੀ ਦਾ ਭੇਖ ਧਾਰਨ ਕੀਤਾ ਹੋਇਆ, ਭੇਖੀ ਸਿੱਖ ਉਹਨਾਂ ਨੂੰ ਕਹਾਂਗੇ, ਮੂਰਖ ਭੇਖੀ ਸਿੱਖ, ਉਹ ਵੀ ਉਹਨਾਂ ਕਬਰਾਂ 'ਤੇ ਜਾ ਕੇ, ਮਟੀਆਂ 'ਤੇ ਜਾ ਕੇ ਦੀਵੇ ਜਗਾਉਂਦੇ ਨੇ, ਮੱਥੇ ਟੇਕਦੇ ਨੇ। ਉਹਨਾਂ ਲਈ ਇਹ ਸ਼ਰਮਨਾਕ ਗੱਲ ਹੁਣ ਸਮਝੀ ਜਾਂਦੀ ਹੈ। ਗੁਰਸਿੱਖ ਦਾ ਸੀਸ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਤੇ ਨਹੀਂ ਝੁਕਣਾ ਚਾਹੀਦਾ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਹੜੇ ਵਾਹਿਗੁਰੂ ਦੇ ਚਰਨਾਂ 'ਤੇ ਹੀ ਸੀਸ ਝੁਕਾਉਂਦੇ ਹਨ, ਪੂਰੇ ਤੇ ਪ੍ਰਧਾਨ, ਬਈ ਉਹੀ ਪੂਰਨ ਗੁਰਸਿੱਖ ਨੇ ਤੇ ਉਹੀ ਪ੍ਰਧਾਨ, ਉਹ ਸਭ ਤੋਂ
ਮੁਖੀਏ ਨੇ। ਪ੍ਰਧਾਨ ਤੋਂ ਭਾਵ ਸ੍ਰੇਸ਼ਟ। ਜਿਵੇਂ ਆਪਣੇ ਪੰਜਾਬ ਦੇ ਵਿੱਚ ਜਿਹੜਾ ਪਿੰਡ ਦਾ ਮੁਖੀਆ ਹੋਵੇ ਉਹਨੂੰ ਸਰਪੰਚ ਕਹਿ ਦਿੰਦੇ ਨੇ। ਯੂਪੀ ਦੇ ਇਲਾਕੇ ਵਿੱਚ ਸਰਪੰਚ ਨੂੰ ਪ੍ਰਧਾਨ ਕਹਿੰਦੇ ਆ, ਭਾਵ ਮੁਖੀ ਨੂੰ ਪ੍ਰਧਾਨ ਕਿਹਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਵੀ ਉਹ ਪੂਰਨ ਮਹਾਂਪੁਰਖ ਹਰ ਗੱਲ ਤੋਂ ਪੂਰੇ ਨੇ ਤੇ ਸਭ ਤੋਂ ਪ੍ਰਧਾਨ ਸ੍ਰੇਸ਼ਟ ਨੇ, ਸਭ ਤੋਂ ਵੱਡੇ ਨੇ, ਸਭ ਦੇ ਮੁਖੀਏ ਹਨ, ਜਿਹੜੇ ਭਾਈ ਵਾਹਿਗੁਰੂ ਦੇ ਚਰਨਾਂ ਤੇ ਸੀਸ ਝੁਕਾਉਂਦੇ ਹਨ। ਹਰ ਜਸ ਲਿਖ ਹੈ ਬੇਅੰਤ, ਸੋ ਹੈ ਸੇ ਹੱਥਾ। ਹੱਥ ਕਿਹੜੇ ਸੁਭਾਏ ਮਾਨ ਹੁੰਦੇ ਨੇ। ਹਜ਼ੂਰ ਕਹਿੰਦੇ ਜਿਹੜੇ ਵਾਹਿਗੁਰੂ ਦਾ ਜਸ ਲਿਖਦੇ ਨੇ, ਜਿਨ੍ਹਾਂ ਹੱਥਾਂ ਦੇ ਨਾਲ ਆਪਾਂ ਗੁਰਬਾਣੀ ਲਿਖਦੇ ਹਾਂ। ਪੁਰਾਤਨ ਸਮੇਂ ਦੇ ਵਿੱਚ ਆ ਪ੍ਰੈਸ ਛਾਪੇਖਾਨੇ ਨਹੀਂ ਸੀ ਹੁੰਦੇ। ਜਿੰਨੇ ਵੀ ਗੁਰਸਿੱਖ ਲਿਖਾਰੀ ਸਨ ਉਹ ਆਪਣੇ ਹੱਥਾਂ ਦੇ ਨਾਲ ਹੀ ਗੁਰਬਾਣੀ ਲਿਖਦੇ ਸਨ। ਹੁਣ ਵੀ ਕਈਆਂ ਨੂੰ ਸ਼ੌਕ ਹੈ ਜਾਂ ਪਿਆਰ ਹੈ, ਉਹ ਹੁਣ ਵੀ ਕਈ ਗੁੱਟ ਕੇ ਪੋਥੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੰਪੂਰਨ ਬਾਣੀ ਨੂੰ ਉਹ ਵੀ ਹੱਥਾਂ ਨਾਲ ਲਿਖਣ ਦਾ ਯਤਨ ਕਰਦੇ ਨੇ। ਇੱਕ ਪੁਰਾਤਨ ਗੁਰਸਿੱਖਾਂ ਦਾ ਸ਼ੌਕ ਹੁੰਦਾ ਸੀ ਵੀ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰੀਏ। ਹੁਣ ਤੇ ਆਪਾਂ ਪ੍ਰੈਸ ਦੇ ਵਿੱਚ ਗੁੱਟ ਕੇ ਪੋਥੀਆਂ ਛਪਾ ਲੈਂਦੇ ਹਾਂ, ਪਰ ਉਸ ਵੇਲੇ ਹੱਥਾਂ ਨਾਲ ਹੀ ਲਿਖੇ ਜਾਂਦੇ ਸਨ। ਹਰ ਜਸ ਲਿਖਿਆ ਹੈ ਬੇਅੰਤ। ਬੇਅੰਤ ਪ੍ਰਭੂ ਦਾ, ਜਿਨ੍ਹਾਂ ਹੱਥਾਂ ਦੇ ਨਾਲ ਜਸ ਲਿਖਿਆ ਜਾਂਦਾ ਹੈ, ਭਾਵ ਗੁਰਬਾਣੀ ਗੁਰੂ ਦੀ ਸਿਫਤ ਸਲਾਹ ਲਿਖੀ ਜਾਂਦੀ ਹੈ, ਸੋਹ ਹੈ ਸੇ ਹੱਥਾ। ਉਹ ਭਾਈ ਹੱਥ ਵੀ ਸੋਭਨੀਕ ਹੁੰਦੇ ਹਨ। ਚਰਨ ਪੁਨੀਤ ਪਵਿੱਤਰ, ਚਾਲਹਿ ਪ੍ਰਭ ਪਥਾ। ਚਰਨ ਪੁਨੀਤ, ਉਹ ਚਰਨ ਵੀ ਪਵਿੱਤਰ ਹੁੰਦੇ ਨੇ। ਪਵਿੱਤਰ ਚਾਲਹਿ ਪ੍ਰਭ ਪਥਾ, ਪਵਿੱਤਰ ਸ਼ਬਦ ਨੂੰ ਅਰਥ ਵਾਸਤੇ ਅੱਗੇ ਲੈ ਜਾਣਾ, ਜੋ ਉਸ ਵਾਹਿਗੁਰੂ ਦੇ ਪਵਿੱਤਰ ਰਸਤੇ 'ਤੇ ਚੱਲਦੇ ਨੇ। ਪੁਨੀਤ ਸ਼ਬਦ ਚਰਨਾਂ ਦੇ ਨਾਲ ਤੇ ਪਵਿੱਤਰ ਸ਼ਬਦ ਨੂੰ ਪਥ ਦੇ ਨਾਲ ਜੋੜ ਕੇ ਅਰਥ ਕਰਾਂਗੇ, ਅਰਥ ਸਪਸ਼ਟ ਹੋ ਜਾਂਦਾ ਹੈ। ਚਰਨ ਪੁਨੀਤ, ਉਹ ਗੁਰਮੁਖਾਂ ਦੇ ਚਰਨ ਵੀ ਪਵਿੱਤਰ ਹੁੰਦੇ ਨੇ, ਜਿਹੜੇ ਉਸ ਵਾਹਿਗੁਰੂ ਦੇ ਪਵਿੱਤਰ ਮਾਰਗ 'ਤੇ ਚੱਲਦੇ ਨੇ। ਚਰਨ ਚਲੋ ਮਾਰਗ ਗੋਬਿੰਦ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾ ਹੋਏ ਲੇਤ ਹੈ। ਜਦੋਂ ਅਸੀਂ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ, ਜੇ ਗੁਰਦੁਆਰਾ ਨੇੜੇ ਹੈ ਤੇ ਪੈਦਲ ਚੱਲ ਕੇ ਜਾਓ। ਜਦੋਂ ਆਪਾਂ ਪੈਦਲ ਚੱਲ ਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਨਮਸਕਾਰ ਕਰਨ ਵਾਸਤੇ ਜਾਂਦੇ ਹਾਂ, ਜਿੰਨੇ ਕਦਮ ਆਪਾਂ ਚੱਲਦੇ ਹਾਂ ਉਹ ਸਾਡੇ ਕਦਮ ਗੁਰੂ ਦੇ ਲੇਖੇ ਲੱਗਦੇ ਨੇ। ਇਸੇ ਲਈ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਚਰਨ ਵੀ ਪਵਿੱਤਰ ਨੇ, ਪਵਿੱਤਰ ਤੋਂ ਪਵਿੱਤਰ ਨੇ, ਜਿਹੜੇ ਉਸ ਵਾਹਿਗੁਰੂ ਦੇ ਪ੍ਰਾਪਤੀ ਦੇ ਰਸਤੇ 'ਤੇ ਚੱਲਦੇ ਨੇ। ਗੁਰੂ ਘਰ ਵਿੱਚ ਸਾਧ ਸੰਗਤ ਵਿੱਚ ਆਉਣ ਵਾਸਤੇ ਜਿੰਨੇ ਕਦਮ ਅਸੀਂ ਪੁੱਟਦੇ ਹਾਂ ਤੇ ਇੱਕ ਇੱਕ ਕਦਮ ਦਾ ਬਹੁਤ ਵੱਡਾ ਮਹਾਤਮ ਹੁੰਦਾ ਹੈ। ਸੰਤਾਂ ਸੰਗ ਉਧਾਰ, ਸਗਲਾ ਦੁਖ ਲੱਥਾ। ਲਓ, ਜਿਹੜੇ ਐਸੇ ਸੰਤ ਮਹਾਂਪੁਰਖ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਜਿਹੜੇ ਐਸੇ ਸੰਤ ਮਹਾਂਪੁਰਖ ਨੇ, ਸੰਤ ਅਨੰਤ ਹੈ ਅੰਤਰ ਨਾਹੀਂ, ਜਿਨ੍ਹਾਂ ਨਾ ਵਿਸਰੈ ਨਾਮ ਸੀ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਐਸੇ ਜਿਹੜੇ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਕਰਕੇ ਉਧਾਰ ਹੋ ਜਾਂਦਾ ਹੈ। ਕਿਉਂ? ਮਹਾਂਪੁਰਖਾਂ ਦਾ ਆਪਣਾ ਜੀਵਨ ਇੱਕ ਜਹਾਜ਼ ਬਣ ਜਾਂਦਾ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਇਤਾ ਜਗ ਲੰਘਣ ਹਾਰਾ। ਜਹਾਜ਼ ਆਪ ਵੀ ਸਮੁੰਦਰ ਤੋਂ ਪਾਰ ਚਲਿਆ ਜਾਂਦਾ ਤੇ ਦੂਜਿਆਂ ਨੂੰ ਵੀ ਪਾਰ ਕਰ ਦਿੰਦਾ। ਇਸੇ ਲਈ ਹਜ਼ੂਰ ਕਹਿੰਦੇ, ਮਹਾਂਪੁਰਖਾਂ ਦੀ ਸੰਗਤ ਕਰਕੇ ਜੀਵ ਦਾ ਉਧਾਰ ਹੁੰਦਾ ਹੈ ਤੇ ਨਾਲ ਸਗਲਾ ਦੁੱਖ ਲੱਥਾ, ਤੇ ਸਾਰਾ ਦੁੱਖ ਵੀ ਲੈ ਜਾਂਦਾ। ਦੁੱਖ ਤਾਂ ਦੁਨੀਆ ਵਿੱਚ ਬੜੇ ਨੇ, ਪਰ ਜਨਮ ਤੇ ਮਰਨ ਦਾ ਦੁੱਖ ਸਭ ਤੋਂ ਵੱਡਾ ਮੰਨਿਆ।
ਤੇ ਜਨਮ ਮਰਨ ਦਾ ਦੁੱਖ ਵੀ ਉਹਨਾਂ ਦਾ ਸਾਰਾ ਲੈ ਜਾਂਦਾ ਹੈ। ਸ਼ਲੋਕ ਭਾਵੀ ਉਦੋਤ ਕਰਣੰ ਹਰ ਰਮਣੰ ਸੰਜੋਗ ਪੂਰਨ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਉਸ ਦਿਗਵਿਜੈ ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਸਮਾਂ ਕਿਹੜਾ ਸਫਲ ਹੁੰਦਾ ਹੈ, ਸਮਾਂ ਕਿਹੜਾ ਚੰਗਾ ਹੁੰਦਾ ਹੈ। ਮੈਂ ਇਹ ਵੀ ਬੇਨਤੀ ਕਰਦੀ ਹਾਂ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਝ ਰਾਗ ਦੇ ਵਿੱਚ 12ਵਾਂ ਬਾਣੀ ਉਚਾਰਨ ਕੀਤੀ ਹੈ। ਇੱਕ 12ਵਾਂ ਬਾਣੀ ਤੁਖਾਰੀ ਰਾਗ ਦੇ ਵਿੱਚ ਵੀ ਹੈ, ਜੋ ਪਹਿਲੇ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਹੈ। ਜਿਹੜੀ ਮਾਝ ਰਾਗ ਦੀ 12ਵਾਂ ਉਸ ਬਾਣੀ ਦੇ ਵਿੱਚ ਹਾਜ਼ੂਰ ਨੇ ਇਹ ਬਚਨ ਲਿਖੇ ਨੇ, ਮਾਹਾ ਦਿਵਸ ਮੂਰਤ ਭਲੇ। ਸਾਰੇ ਮਹੀਨੇ, ਸਾਰੇ ਮੁਹੂਰਤ, ਸਾਰੇ ਦਿਨ ਉਹਨਾਂ ਲਈ ਚੰਗੇ ਨੇ ਜਿਸ ਕੋ ਨਦਰ ਕਰੇ, ਜਿਨ੍ਹਾਂ ਤੇ ਮੇਰਾ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ। ਉਹਨਾਂ ਲਈ ਸਾਰੇ ਮਹੀਨੇ, ਸਾਰੇ ਦਿਨ, ਸਾਰੇ ਸਮੇਂ ਸ਼ੁਭ ਹੁੰਦੇ ਨੇ। ਤੇ ਜਿਨ੍ਹਾਂ ਨੇ ਮਾੜੇ ਕੰਮ ਕਰਨੇ ਨੇ ਉਹਨਾਂ ਲਈ ਸਮੇਂ ਮਾੜੇ ਸਮਝੇ ਜਾਣਗੇ। ਕਿਸੇ ਸਿਆਣੇ ਪੁਰਸ਼ ਨੇ ਇੱਕ ਬਹੁਤ ਵਧੀਆ ਗੱਲ ਆਖੀ ਹੈ। ਹੁਣ ਸਮਾਂ ਕਲਯੁਗ ਦਾ ਚੱਲ ਰਿਹਾ ਹੈ ਨਾ, ਇਸ ਕਲਯੁਗ ਨੂੰ ਸਭ ਤੋਂ ਮਾੜਾ ਸਮਾਂ ਗਰਦਾਨਿਆ ਗਿਆ। ਆ ਜਿੰਨੇ ਗ੍ਰੰਥ ਨੇ ਪੜ੍ਹ ਲਓ, ਪਰ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਾਂਗੇ ਇਹਦੇ ਵਿੱਚ ਕਲਯੁਗ ਬਾਰੇ ਕੀ ਲਿਖਿਆ ਹੋਇਆ, ਧੰਨ ਧੰਨ ਕਲਯੁਗ ਸਾਧ ਸੰਗ ਕੀਰਤਨ ਗਾਈਏ, ਨਾਨਕ ਨਾਮ ਆਧਾਰ ਹੀਓ। ਇਸ ਕਲਯੁਗ ਨੂੰ ਧੰਨ ਧੰਨ ਕਿਹਾ ਹੈ, ਕਾਬਲੇ ਤਾਰੀਫ ਹੈ ਕਲਯੁਗ। ਕਿਉਂ? ਇਸ ਕਲਯੁਗ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ। ਜਦੋਂ ਰੱਬ ਆਪ ਆਇਆ ਹੋਵੇ ਉਹ ਸਮਾਂ ਸਭ ਤੋਂ ਵਧੀਆ ਗਿਣਿਆ ਜਾਊ ਨਾ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਲ ਤਾਰਨ ਗੁਰੂ ਨਾਨਕ ਆਇਆ। ਇਸ ਕਲਯੁਗ ਦੇ ਵਿੱਚ ਗੁਰੂ ਨਾਨਕ ਆਏ ਸਾਡੇ ਲਈ, ਤੇ ਫਿਰ ਕਲਯੁਗ ਹੀ ਸਭ ਤੋਂ ਚੰਗਾ ਹੋਇਆ। ਇਸ ਲਈ ਜਿਸ ਕਲਯੁਗ ਨੂੰ ਮਾੜਾ ਆਖਿਆ ਜਾਂਦਾ ਸੀ, ਪਰ ਜਦੋਂ ਉਸ ਕਲਯੁਗ ਦੇ ਵਿੱਚ ਰੱਬ ਆਪ ਧਰਤੀ ਤੇ ਆਇਆ, ਆਪਾਂ ਉਹਨੂੰ ਮਾੜਾ ਨਹੀਂ ਕਹਿ ਸਕਦੇ। ਸਾਡੇ ਲਈ ਉਹ ਚੰਗਾ ਹੀ ਹੈ। ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਇਸ ਲਈ ਇਹ ਵੀ ਨਾਲ ਗੱਲ ਨੂੰ ਸਮਝਣ ਦੀ ਲੋੜ ਹੈ। ਸਮਾਂ ਆਪਣੇ ਆਪ ਦੇ ਵਿੱਚ ਚੰਗਾ ਹੀ ਚੰਗਾ ਹੈ। ਮਹਾਦਿਵਸ ਮੂਰਤ ਭਲੇ। ਸਮਾਂ ਮਾੜਾ ਕਦੋਂ ਬਣਦਾ ਹੈ, ਇਹਦੇ ਬਾਰੇ ਜਦੋਂ ਆਪਾਂ ਵਿਚਾਰ ਕਰਾਂਗੇ, ਸਿਆਣੇ ਪੁਰਸ਼ਾਂ ਦਾ ਇਹ ਮਤ ਹੈ, ਸਮੇਂ ਨੂੰ ਚੰਗਾ ਤੇ ਮਾੜਾ ਬਣਾਉਣਾ ਇਹ ਮਨੁੱਖ ਦੇ ਖਿਆਲਾਤਾਂ 'ਤੇ ਨਿਰਭਰ ਕਰਦਾ। ਜਿਹੋ ਜਿਹੇ ਮਨੁੱਖ ਦੇ ਖਿਆਲਾਤ ਹੁੰਦੇ ਨੇ, ਚੰਗੇ ਜਾਂ ਮਾੜੇ, ਉਹੋ ਜਿਹੀ ਸਮੇਂ ਨੂੰ ਰੰਗਤ ਚੜ੍ਹਾ ਦਿੰਦਾ। ਹੁਣ ਕੋਈ ਵੀ ਦਿਨ ਹੈ ਤੇ ਆਪਾਂ ਉਸ ਦਿਨ ਦੇ ਵਿੱਚ ਬੈਠ ਕੇ ਪਾਠ ਕਰਾਂਗੇ, ਸਿਮਰਨ ਕਰਾਂਗੇ, ਸੰਗਤ ਕਰਾਂਗੇ, ਸੇਵਾ ਕਰਾਂਗੇ, ਸਾਡੇ ਲਈ ਉਹ ਸਮਾਂ ਸ੍ਰੇਸ਼ਟ ਬਣ ਜਾਵੇਗਾ। ਤੇ ਜਦੋਂ ਅਸੀਂ ਉਸੇ ਸਮੇਂ, ਦਿਨ ਕੋਈ ਵੀ ਹੋਵੇ, ਸਮਾਂ ਕੋਈ ਵੀ ਹੋਵੇ, ਆਪਾਂ ਕੋ ਸੰਗਤ ਵਿੱਚ ਜਾਵਾਂਗੇ, ਜਿਵੇਂ ਕਈ ਲੋਕ ਪੱਬਾਂ ਕਲੱਬਾਂ ਵਿੱਚ ਜਾਂਦੇ ਨੇ, ਸ਼ਰਾਬਾਂ ਕਬਾਬਾਂ ਦੇ ਦੌਰ ਚੱਲਦੇ ਨੇ, ਜੀਵ ਘਾਤ ਹੁੰਦਾ ਹੈ, ਮਾਸਾਹਾਰੀ ਜ਼ੁਬਾਨ ਦੇ ਸਵਾਦ ਬਦਲੇ ਪਤਾ ਨਹੀਂ ਕਿੰਨਿਆਂ ਦਾ ਲਹੂ ਬੀੜਦੇ ਨੇ, ਫਿਰ ਉਹਨਾਂ ਲਈ ਉਹੀ ਸਮਾਂ ਮਾੜਾ ਬਣ ਜਾਣਾ। ਮਨੁੱਖ ਦੇ ਖਿਆਲਾਤ ਹਾਲਾਤ ਨੂੰ ਸਿਰਜਦੇ ਨੇ। ਹੁਣ ਜਿਹੜੇ ਦੁਨੀਆ ਦੇ ਚੰਗੇ ਮਾੜੇ ਹਾਲਾਤ ਨੇ, ਮਨੁੱਖ ਦੀ ਖਿਆਲਾਤਾਂ ਦੀ ਦੇਣੀ ਹੈ ਨਾ। ਜਿਹੋ ਜਿਹੇ ਮਨੁੱਖ ਦੇ ਖਿਆਲਾਤ ਹੁੰਦੇ ਨੇ, ਉਹੋ ਜਿਹੇ ਹਾਲਾਤ ਬਣਾ ਦਿੰਦੇ, ਚੰਗੇ ਜਾਂ ਮਾੜੇ। ਪਰ ਵਾਹਿਗੁਰੂ ਨੇ ਕੋਈ ਸਮਾਂ ਚੰਗਾ ਮਾੜਾ ਨਹੀਂ ਬਣਾਇਆ, ਉਹਨੇ ਇਕਸਾਰ ਹੀ ਬਣਾਇਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਥੁਰਾ ਦੀ ਧਰਤੀ 'ਤੇ ਗਏ ਹਨ, ਤੇ ਜਿਹੜੇ ਉੱਥੋਂ ਦੇ ਲੋਕ ਸਨ, ਕ੍ਰਿਸ਼ਨ ਅਸ਼ਟਮੀ ਦਾ ਦਿਨ ਸੀ,
ਜੋ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਮੰਨਿਆ ਗਿਆ, ਅਤੇ ਲੋਕ ਉੱਥੇ ਰਾਸਾਂ ਪਾ ਰਹੇ ਸਨ। ਰਾਧਾ ਕ੍ਰਿਸ਼ਨ ਦੇ ਸਵਾਂਗ ਬਣਾ ਕੇ, ਗੋਪੀਆਂ ਗਵਾਲਿਆਂ ਦੇ ਸਵਾਂਗ ਬਣਾ ਕੇ ਬਹੁਤ ਗਲਤ ਹਰਕਤਾਂ ਕਰ ਰਹੇ ਸਨ। ਕਾਮ ਉਕਸਾਊ ਅਸ਼ਲੀਲ ਭਾਸ਼ਾ ਦੀ ਵਰਤੋਂ ਕਰ ਰਹੇ ਸਨ। ਅਤੇ ਉਹਨਾਂ ਨੂੰ ਵੇਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਸੀ, ਕਾਲ ਨਾਹੀਂ ਜੋਗ ਨਾਹੀਂ, ਨਾਹੀਂ ਸਤ ਕਾ ਢੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਹੈ ਜਗ। ਬੰਦੇ ਨੇ ਹਾਲਾਤ ਮਾੜੇ ਬਣਾਏ ਹਨ। ਜੇ ਹੁਣ ਗੰਗਾ ਨੂੰ ਪਵਿੱਤਰ ਆਖਿਆ ਗਿਆ ਸੀ, ਹੁਣ ਗੰਗਾ ਦੇ ਵਿੱਚ ਗੰਦਾ ਪਾਣੀ ਕੌਣ ਪਾਉਂਦਾ, ਅਤੇ ਲਾਸ਼ਾਂ ਕੌਣ ਉਹਨਾਂ ਦੇ ਵਿੱਚ ਤਾਰ ਰਿਹਾ ਹੈ? ਬੰਦਾ ਹੀ ਹੈ ਨਾ, ਸਾਰਾ ਕੁਝ ਕਰ ਰਿਹਾ। ਹਾਲਾਤ ਨੂੰ, ਮਾਹੌਲ ਨੂੰ ਵਿਗਾੜਨਾ ਇਹ ਬੰਦੇ ਦੀ ਸੋਚ 'ਤੇ ਨਿਰਭਰ ਕਰਦਾ। ਜੋ ਬੰਦੇ ਦੇ ਖਿਆਲਾਤ ਹੁੰਦੇ ਨੇ ਉਹੋ ਜਿਹੇ ਹਾਲਾਤ ਬਣਾ ਦਿੰਦਾ। ਘਰ ਦੀ ਸਫਾਈ ਦੀ ਗੱਲ ਹੀ ਲੈ ਲਵੋ। ਜਿਸ ਬੰਦੇ ਨੂੰ ਸਫਾਈ ਦਾ ਸ਼ੌਕ ਹੈ, ਘਰ ਦੀ ਸਫਾਈ ਰੱਖੂਗਾ। ਜਿਹੜਾ ਕਿ ਮੈਂ ਸਫਾਈ ਕਰਨੀ ਕੋਈ ਨਹੀਂ। ਇੱਕ ਉਹ ਭਾਈ ਧੰਨਾ ਸਿੰਘ ਜਥੇ ਵਿੱਚ ਹੁੰਦੇ ਸਨ, ਉਹਨਾਂ ਦਾ ਸੁਭਾਅ ਵੀ ਥੋੜ੍ਹਾ ਜਿਹਾ ਆਲਸੀ ਸੀ। ਰਾਗੀ ਭਾਈ ਬਚਿੱਤਰ ਸਿੰਘ ਜੀ ਉਹ ਸਾਫ ਸਫਾਈ ਰੱਖਦੇ ਸਨ। ਅਤੇ ਇੱਕ ਦਿਨ ਉਹ ਭਾਈ ਧੰਨਾ ਸਿੰਘ ਜੀ ਦੇ ਆਸਣ 'ਤੇ ਆ ਗਏ, ਅਤੇ ਉਹਨਾਂ ਨੇ ਥੱਲੇ ਨਿਗਾਹ ਮਾਰੀ। ਮੂੰਗਫਲੀਆਂ ਖਾ ਕੇ ਛਿੱਲਾਂ ਦੀ ਢੇਰੀ ਥੱਲੇ ਲਾਈ ਹੋਈ ਸੀ, ਕੇਲੇ ਖਾ ਕੇ ਛਿੱਲਾਂ ਥੱਲੇ ਸੁੱਟੀਆਂ ਹੋਈਆਂ ਸਨ, ਅਤੇ ਬਿਸਤਰੇ ਦੇ ਵਿੱਚ ਵੀ ਇੰਨੇ ਵਾਲ ਪਏ ਹੋਏ ਸਨ। ਅਤੇ ਭਾਈ ਬਚਿੱਤਰ ਸਿੰਘ ਜੀ ਨੇ ਵਿਅੰਗ ਦੇ ਨਾਲ ਆਖਿਆ, ਭਾਈ ਧੰਨਾ ਸਿੰਘ ਤੇਰੀ ਕਿੱਡੀ ਵੱਡੀ ਦੇਹ ਹੈ। ਤਕੜਾ ਜਵਾਨ ਸੀ ਉਹ। ਕਹਿੰਦੇ ਤੂੰ ਸਫਾਈ ਨਹੀਂ ਰੱਖ ਸਕਦਾ? ਉਹ ਅੱਗੋਂ ਪਤਾ ਕੀ ਕਹਿੰਦਾ, ਕਹਿੰਦਾ ਭਾਈ ਬਚਿੱਤਰ ਸਿੰਘ ਜੀ ਰਾਗੀ ਜੀ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮਜ਼ਾਕ ਦੇ ਨਾਲ, ਵੀ ਜਿਹੜਾ ਸਾਡਾ ਗੁਰੂ ਹੋਇਆ, ਸਾਡਾ ਮੁਰਸ਼ਦ ਹੋਇਆ, ਉਹਨੇ ਸਾਨੂੰ ਆਖਿਆ ਵੀ ਆਹ 3 ਗੱਲਾਂ ਨਹੀਂ ਕਰਨੀਆਂ। ਕਿਹੜੀਆਂ ਕਿਹੜੀਆਂ? ਇੱਕ ਤਾਂ ਕਦੀ ਰਾਤ ਨੂੰ ਦੀਵਾ ਨਹੀਂ ਜਗਾਉਣਾ। ਦੂਜੀ ਗੱਲ, ਕਦੇ ਝਾੜੂ ਨਹੀਂ ਫੇਰਨਾ, ਸਫਾਈ ਨਹੀਂ ਕਰਨੀ, ਅਤੇ ਨਾ ਹੀ ਕਦੀ ਬਿਸਤਰਾ ਝਾੜ ਕੇ ਵਿਛਾਉਣਾ। ਇਹ ਸਾਡੇ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ। ਵਿਅੰਗ ਦੇ ਨਾਲ ਹੀ ਉਸ ਨੇ ਜਵਾਬ ਦਿੱਤਾ। ਹੈ ਤੇ ਮਨੁੱਖ 'ਤੇ ਹੀ ਹੈ ਨਾ ਸਾਰਾ ਨਿਰਭਰ, ਉਹਦੀ ਸੋਚ 'ਤੇ। ਸਫਾਈ ਰੱਖਣੀ ਕਿ ਘਰ ਦੇ ਵਿੱਚ ਕੂੜਾ ਖਿਲਾਰਨਾ, ਇਹ ਤਾਂ ਆਪੋ ਆਪਣੀ ਵਿਚਾਰਧਾਰਾ ਹੁੰਦੀ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਹਾਡੇ ਵਰਗੇ ਲੋਕਾਂ ਨੇ ਥਾ ਨਸ਼ਟ ਜਗ ਭ੍ਰਿਸ਼ਟ ਹੋਏ। ਥਾ ਨਸ਼ਟ ਤੋਂ ਭਾਵ ਹੈ ਜਿਹੜੇ ਸਾਡੇ ਪੂਜਨਯੋਗ ਅਸਥਾਨ ਸਨ, ਸਾਡੇ ਇਸ਼ਟਾਂ ਅਵਤਾਰਾਂ ਗੁਰੂਆਂ ਦੇ ਅਸਥਾਨ ਨੇ, ਜਿਨ੍ਹਾਂ 'ਤੇ ਅਸੀਂ ਜਾ ਕੇ ਪੂਜਾ ਕਰਦੇ ਹਾਂ, ਉਹ ਇਸ ਕਲਯੁਗ ਦੇ ਵਿੱਚ ਭ੍ਰਿਸ਼ਟ ਹੋ ਗਏ ਨੇ। ਕਿਹਨੇ ਕੀਤੇ? ਪੁਜਾਰੀਆਂ ਨੇ, ਜਿਨ੍ਹਾਂ ਨੇ ਉੱਥੇ ਜਾ ਕੇ ਗਲਤ ਹਰਕਤਾਂ ਕੀਤੀਆਂ, ਗਲਤ ਕੰਮ ਕੀਤੇ, ਅਤੇ ਉਹਨਾਂ ਨੇ ਹਾਲਾਤ ਵਿਗਾੜ ਦਿੱਤੇ। ਫਿਰ ਖੂਨ ਖਰਾਬੇ ਵੀ ਹੋਏ, ਮੋਰਚੇ ਵੀ ਲੱਗੇ, ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ ਗਿਆ। ਕਹਿਣ ਤੋਂ ਭਾਵ ਇਹ ਸਮੇਂ ਨੂੰ ਚੰਗਾ ਅਤੇ ਮਾੜਾ ਬਣਾਉਣਾ ਇਹ ਬੰਦੇ ਦੇ ਖਿਆਲਾਂ 'ਤੇ ਨਿਰਭਰ ਕਰਦਾ ਹੁੰਦਾ। ਸਮਾਂ ਆਪਣੇ ਆਪ ਦੇ ਵਿੱਚ ਮਾੜਾ ਕੋਈ ਨਹੀਂ, ਮਹਾਦੇਵ ਮੂਰਤ ਭਲੇ ਹੀ ਨੇ। ਹੁਣ ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਦਿਗਵਿਜੈ ਪੰਡਤ ਨੇ ਬੇਨਤੀ ਕਰ ਦਿੱਤੀ, ਮਹਾਰਾਜ ਸਭ ਤੋਂ ਵਧੀਆ ਸਮਾਂ ਕਿਹੜਾ ਹੁੰਦਾ? ਤਾਂ ਹਜ਼ੂਰ ਕਹਿੰਦੇ ਨੇ, ਭਾਵੀ ਉਦੋਤ ਕਰਨੰ ਹਰ ਰਮਣੰ ਸੰਜੋਗ ਪੂਰਨ। ਹਰ ਰਮਣੰ ਜਿਹੜਾ ਵਾਹਿਗੁਰੂ ਦੇ ਨਾਮ ਜਪਣ ਦਾ ਸਮਾਂ ਹੈ ਨਾ, ਸਿਮਰਨ ਦਾ ਸਮਾਂ ਹੈ, ਉਹ ਕਿਹੜਾ ਹੈ? ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਵੇਲਾ ਸੱਚ ਨਾਮ। ਅੰਮ੍ਰਿਤ ਵੇਲਾ ਸੱਚੇ ਨਾਮ ਦਾ ਢੁਕਵਾਂ ਸਮਾਂ। ਹੁਣ ਵੱਤੈ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ। ਜਿਹੜਾ ਵੱਤਰ ਅਨੁਸਾਰ ਬੀਜ ਬੀਜਿਆ ਜਾਂਦਾ ਹੈ ਨਾ, ਉਹੀ ਉੱਗਦਾ, ਉਹੀ ਫਲੀਭੂਤ ਹੁੰਦਾ ਹੈ। ਬਿਨਾਂ ਵੱਤਰ ਤੋਂ ਬੀਜ ਬੀਜਿਆ ਹੋਇਆ ਫਲੀਭੂਤ ਨਹੀਂ ਹੁੰਦਾ। ਆਨ ਰੁਤੀ ਆਨ ਬੋਈਐ ਫਲ ਨਾ ਫੂਲੈ ਤਾਹੇ। ਇਸੇ ਲਈ ਸਤਿਗੁਰੂ ਨੇ ਇਹ ਵੀ ਨਾਲ ਸਾਨੂੰ ਸਮਝਾ ਦਿੱਤਾ ਹੈ, ਰੇ ਮਨ ਵੱਤਰ ਬੀਜਣ ਨਾਉ, ਬੋਏ ਖੇਤੀ ਲਾਏ ਮਨੂਆ ਭਲੋ ਸਮੋ ਸੁਆਓ। ਭਾਈ ਹੁਣ ਕਲਯੁਗ ਦੇ ਵਿੱਚ ਨਾਮ ਦੀ ਵੱਤਰ ਹੈ, ਨਾਮ ਦਾ ਬੀਜ ਬੀਜੋ। ਹਰ ਸਿੱਖ ਨੂੰ ਗੁਰੂ ਮਹਾਰਾਜ ਦਾ ਹੁਕਮ ਹੈ
ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਾਲਕੇ ਉੱਠ ਹਰ ਨਾਮ ਤੇ ਆਵੇ। ਇਹ ਗੁਰੂ ਦਾ ਹੁਕਮ ਹੀ ਹੈ ਨਾ। ਕੀ ਆਪਾਂ ਮੰਨਦੇ ਹਾਂ ਸਾਰੇ? ਸਾਡਾ ਕੰਮ ਤੇ ਇਹ ਹੈ, ਗੁਰੂ ਨੂੰ ਮੱਥਾ ਟੇਕਣਾ ਤੇ ਗੁਰੂ ਦੀ ਆਗਿਆ ਨਹੀਂ ਮੰਨਣੀ, ਗੁਰੂ ਦਾ ਹੁਕਮ ਨਹੀਂ ਮੰਨਣਾ। ਸਲਾਮ ਜਵਾਬ ਦੋਵੈ ਕਰੇ, ਮੁੰਡਾਂ ਕੁੱਥਾ ਜਾਏ, ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ। ਹਾਜ਼ੂਰ ਕਹਿੰਦੇ ਹਾ ਰਮਣੰ ਸੰਜੋਗ ਪੂਰਨ, ਪੂਰਨ ਸੰਜੋਗ ਸਭ ਤੋਂ ਵਧੀਆ ਸਮਾਂ ਕਿਹੜਾ ਹੈ? ਹਰ ਰਮਣੰ, ਜਿਸ ਵੇਲੇ ਵਾਹਿਗੁਰੂ ਦਾ ਅਸੀਂ ਸਿਮਰਨ ਕਰਦੇ ਹਾਂ, ਉਹ ਸਮਾਂ ਸਾਡੇ ਲਈ ਸਭ ਤੋਂ ਵਧੀਆ ਹੈ। ਭਾਵੀ ਉਦੋਤ ਕਰਨ, ਉਹ ਚੰਗਾ ਸਮਾਂ ਨਾਮ ਜਪਣ ਦਾ। ਭਾਵੀ ਦਾ ਅਰਥ ਹੈ ਦੇਵਨੇਤ, ਉਦੋਤ ਕਰਨ ਦਾ ਅਰਥ ਹੈ ਉਸ ਨੂੰ ਪ੍ਰਗਟ ਕਰਦੀ ਹੈ। ਭਾਵ ਜਦੋਂ ਵਾਹਿਗੁਰੂ ਸਾਡੇ 'ਤੇ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਜਿਸ ਨੂੰ ਦੇਵਨੇਤ ਸ਼ਬਦ ਵਰਤਿਆ ਜਾਂਦਾ ਹੈ। ਦੇਵਨੇਤ ਨਾਲ ਭਾਵ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਸਮਾਂ ਸਾਨੂੰ ਪ੍ਰਾਪਤ ਹੁੰਦਾ, ਜਿਹੜਾ ਸਭ ਤੋਂ ਵਧੀਆ ਸਮਾਂ ਹੈ। ਉਹ ਕਿਹੜਾ ਹੈ? ਹਰ ਰਮਣੰ ਸੰਜੋਗ ਪੂਰਨ, ਜਦੋਂ ਵਾਹਿਗੁਰੂ ਦਾ ਨਾਮ ਜਪਦੇ ਹਾਂ, ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਸੰਜੋਗ ਪੂਰਨ ਵੀ ਇਹ ਪੂਰਨ ਸੰਜੋਗ ਸਭ ਤੋਂ ਵਧੀਆ ਢੁਕਵਾਂ ਸਮਾਂ ਹੈ ਵਾਹਿਗੁਰੂ ਦੇ ਨਾਲ ਜੁੜਨ ਦਾ। ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ। ਮਹੂਰਤ ਕਹਿੰਦੇ ਨੇ ਸਾਹੇ ਦੇ ਦਿਨ ਨੂੰ, ਕਹਿੰਦੇ ਮਹੂਰਤ ਸੁਧਾ ਲਿਆ ਵੀ ਜਿਹੜਾ ਸਭ ਤੋਂ ਵਧੀਆ ਮਹੂਰਤ ਸਮਾਂ ਕਿਹੜਾ ਹੈ? ਹਾਜ਼ੂਰ ਕਹਿੰਦੇ ਨੇ ਗੋਪਾਲ ਦਰਸ ਭੇਟੰ, ਜਦੋਂ ਗੋਪਾਲ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੋਣ, ਉਹ ਸਭ ਤੋਂ ਵਧੀਆ ਮਹੂਰਤ ਹੁੰਦਾ ਹੈ, ਉਹ ਸਭ ਤੋਂ ਵਧੀਆ ਢੁਕਵਾਂ ਸਮਾਂ ਹੁੰਦਾ ਹੈ। ਇਸ ਲਈ ਇੱਕ ਤੇ ਨਾਮ ਜਪਣ ਦਾ ਸਮਾਂ, ਇੱਕ ਜਦੋਂ ਆਪਾਂ ਸੰਗਤ ਵਿੱਚ ਆ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਇਹ ਦੋਨੋਂ ਸਮੇਂ ਸਭ ਤੋਂ ਵਧੀਆ ਹਨ। ਕੀਮ ਨਾ ਸਕਾ ਪਾਏ ਸੁਖ ਮਿਤੀ ਹੂ ਬਾਹਰੇ। ਲੋਕ ਕਹਿੰਦੇ ਜਿਹੜਾ ਬੰਦਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਵਾਹਿਗੁਰੂ ਦੇ ਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਦਾ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਉਸ ਨੂੰ ਮਿਲਦਾ ਕੀ ਹੈ? ਹਾਜ਼ੂਰ ਕਹਿੰਦੇ ਸੁਖ ਮਿਤੀ ਹੂੰ ਬਾਹਰੇ। ਮਿਤੀ ਦਾ ਅਰਥ ਹੈ ਮਿਣਤੀ, ਉਹਨੂੰ ਮਿਣਤੀ ਗਿਣਤੀ ਤੋਂ ਬਾਹਰ ਬੇਅੰਤ ਸੁੱਖ ਪ੍ਰਾਪਤ ਹੋ ਜਾਂਦੇ ਨੇ। ਕੀਮ ਨਾ ਸਕਾਂ ਪਾਏ, ਇੰਨੇ ਸੁੱਖ ਅਕਾਲ ਪੁਰਖ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ, ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕੋਈ ਉਹਨਾਂ ਦੀ ਪ੍ਰਾਈਸ ਦੱਸ ਨਹੀਂ ਸਕਦਾ, ਕੋਈ ਉਹਨਾਂ ਦਾ ਮੁੱਲ ਨਹੀਂ ਦੇ ਸਕਦਾ। ਉਹ ਸਮਾਂ ਜਦੋਂ ਅਸੀਂ ਨਾਮ ਜਪਦੇ ਹਾਂ, ਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਦੇ ਹਾਂ, ਉਹਦੇ ਨਾਲ ਇੰਨੇ ਸੁੱਖ ਸਾਨੂੰ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ ਤੇ ਨਾ ਹੀ ਉਸ ਦੀ ਕੀਮਤ ਨੂੰ ਦੱਸਿਆ ਜਾ ਸਕਦਾ ਹੈ। ਨਾਨਕ ਸਾ ਵੇਲੜੀ ਪਰਵਾਨ ਜਿਤ ਮਿਲੰਦੜੋ ਮਾਂ ਪੀਰੀ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਉਹ ਵੇਲੜੀ, ਵੇਲਾ ਸ਼ਬਦ ਪੁਲਿੰਗ ਵਾਚਕ ਸੀ, ਪਰ ਗੁਰੂ ਮਹਾਰਾਜ ਨੇ ਵੇਲੜੀ ਇੱਕ ਨੰਬਰਵਾਚੀ ਪਰ ਤੇ ਪਛੇਤਰ ਨਾਲ ਜੋੜ ਕੇ ਉਸ ਨੂੰ ਇਸਤਰੀ ਲਿੰਗ ਬਣਾ ਦਿੱਤਾ। ਹੁਣ ਇਹਦਾ ਅਰਥ ਕੀ ਬਣੇਗਾ? ਨਾਨਕ ਸਾ ਵੇਲੜੀ ਪ੍ਰਵਾਨ। ਵੇਲੜੀ ਦਾ ਅਰਥ ਫਿਰ ਉਹ ਘੜੀ ਦਾ ਅਰਥ ਕਰਨਾ ਪਵੇਗਾ, ਕਿਉਂਕਿ ਘੜੀ ਸ਼ਬਦ ਇਸਤਰੀ ਲਿੰਗ ਹੈ, ਵੇਲੜੀ ਵੀ ਇਸਤਰੀ ਲਿੰਗ ਹੈ। ਨਾਨਕ ਸਾ ਵੇਲੜੀ ਪ੍ਰਵਾਨ, ਉਹ ਘੜੀ ਪ੍ਰਮਾਣਿਕ ਹੈ, ਉਹ ਰੱਬ ਦੀ ਦਰਗਾਹ ਵਿੱਚ ਵੀ ਲਿਖੇ ਵਿੱਚ ਪੈਂਦੀ ਹੈ। ਜਿਤ ਮਿਲੰਦੜੋ ਮਾਂ ਪੀਰੀ, ਜਿਸ ਘੜੀ ਦੇ ਵਿੱਚ ਮਾਂ ਪੀਰੀ ਮੇਰਾ ਪਿਆਰਾ ਪ੍ਰਭੂ ਆ ਕੇ ਮਿਲਦਾ ਹੈ, ਉਹ ਘੜੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਗਿਣੀ ਜਾਂਦੀ ਹੈ। ਪੌੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ। ਪੌੜੀ ਵਿੱਚ ਪ੍ਰਸ਼ਨੋਤਰੀ ਵਿਚਾਰ ਗੁਰੂ ਮਹਾਰਾਜ ਪੰਜਾਬੀ ਵਿੱਚ ਸਮਝਾਉਂਦੇ ਨੇ। ਸਾ ਵੇਲਾ ਕਹੋ ਕੌਣ ਹੈ, ਦੱਸੋ ਉਹ ਕਿਹੜਾ ਢੁਕਵਾਂ ਸਮਾਂ ਹੈ, ਕਿਹੜਾ ਸਭ ਤੋਂ ਵਧੀਆ ਸਮਾਂ ਹੈ ਵੀ ਜੋ ਸਾਡੀ ਜ਼ਿੰਦਗੀ ਦੇ ਵਿੱਚ ਸੁਖਦਾਈ ਹੋ ਸਕਦਾ ਹੈ। ਹਾਜ਼ੂਰ ਕਹਿੰਦੇ ਨੇ ਸਾ ਵੇਲਾ ਕਹੋ ਕੌਣ ਹੈ, ਉਹਦਾ ਜਵਾਬ ਹੈ ਜਿਤ ਪ੍ਰਭ ਕੋ ਪਾਈ। ਜਿਸ ਸਮੇਂ ਵਿੱਚ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਹਾਂ,
ਉਹ ਸਮਾਂ ਸਾਡੇ ਲਈ ਸਭ ਤੋਂ ਵਧੀਆ ਤੇ ਸਰਵੋਤਮ ਹੈ। ਸੋ ਮੂਰਤ ਭਲਾ ਸੰਜੋਗ ਹੈ, ਜਿਤ ਮਿਲੈ ਗੁਸਾਈ। ਉਹ ਮਹੂਰਤ, ਉਹ ਸੰਜੋਗ ਵੀ ਭਲਾ ਹੈ। ਮੂਰਤ ਤੇ ਸੰਜੋਗ ਇਹ ਜਿਹੜੇ ਸ਼ਬਦ ਨੇ ਨਾ, ਸਮੇਂ ਦੇ ਵਾਚਕ ਨੇ। ਸੰਜੋਗ 4 ਘੜੀਆਂ ਦੇ ਸਮੇਂ ਨੂੰ ਕਹਿੰਦੇ ਸਨ। ਸੋ ਮੂਰਤ ਭਲਾ ਸੰਜੋਗ ਹੈ। ਉਹ ਮਹੂਰਤ, ਉਹ ਸੰਜੋਗ ਵੀ ਭਲਾ ਹੈ। ਕਿਹੜਾ? ਜਿਤ ਮਿਲਿਆ ਗੁਸਾਈ, ਜਦੋਂ ਸਾਨੂੰ ਰੱਬ ਮਿਲ ਜਾਵੇ। ਪਹਿਲਾਂ ਆਖਿਆ ਸੀ ਜਿਤ ਪ੍ਰਭ ਕੋ ਪਾਈ, ਜਿਸ ਸਮੇਂ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਉਹ ਸਮਾਂ ਸਭ ਤੋਂ ਸ੍ਰੇਸ਼ਟ ਹੈ। ਉਹ ਮਹੂਰਤ, ਉਹ ਸੰਜੋਗ ਵੀ ਭਲਾ ਹੈ ਜਿਸ ਵੇਲੇ ਸਾਨੂੰ ਵਾਹਿਗੁਰੂ ਪਰਮੇਸ਼ਰ ਆ ਕੇ ਮਿਲਦਾ ਹੈ। 8 ਪੈਰ ਹਰ ਧਿਆਏ ਕੈ, ਮਨ ਇੱਛ ਪੁਜਾਈ। ਉਹ ਸਮਾਂ ਸ੍ਰੇਸ਼ਟ ਹੈ 8 ਪੈਰ ਵਾਹਿਗੁਰੂ ਨੂੰ ਧਿਆ ਕੇ, ਜਦੋਂ ਅਸੀਂ ਆਪਣੇ ਮਨ ਦੀ ਇੱਛਾ ਪੂਰੀ ਕਰ ਲਈਏ। ਹੁਣ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਹਿਸ਼ਾਂ ਹੁੰਦੀਆਂ ਨੇ, ਦੁਨਿਆਵੀ ਵੀ, ਸਮਾਜਿਕ ਵੀ, ਧਾਰਮਿਕ ਵੀ, ਪਰਮਾਰਥਕ ਵੀ। ਪਰ ਸਤਿਗੁਰੂ ਕਹਿੰਦੇ ਨੇ ਸਿਮਰਨ ਦੁਆਰਾ ਉਹ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਨੇ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੀਨਾ। ਸੋ ਐਸਾ ਹਰ ਧਿਆਈਆ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਵੀ ਜਦੋਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤੇ ਸਾਡੇ ਮਨ ਦੀ ਇੱਛਾ ਪੂਰੀ ਹੁੰਦੀ ਹੈ, ਉਹ ਸਭ ਤੋਂ ਵਧੀਆ ਸਮਾਂ ਹੋ ਸਕਦਾ ਹੈ। ਵੱਡੇ ਭਾਗ ਸਤ ਸੰਗ ਹੋਏ, ਨਿਵ ਲਾਗਾ ਪਾਈ। ਵੀ ਵੱਡਿਆਂ ਭਾਗਾਂ ਦੇ ਨਾਲ ਸਤ ਸੰਗ, ਗੁਰੂ ਦੀ ਸੋਹਬਤ, ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸਤ ਸੰਗਤ ਜੈ ਸਤਿਗੁਰ ਤਹਿ ਸਤ ਸੰਗਤ ਬਣਾਈ। ਜਿੱਥੇ ਸਤਿਗੁਰੂ ਸੁਭਾਏ ਮਾਨ ਹੋਣ ਉਹਨੂੰ ਸਤ ਸੰਗਤ ਕਿਹਾ ਹੈ। ਜਿੱਥੇ ਕੇਵਲ ਗੁਰਮੁਖ ਪਿਆਰੇ ਮਹਾਂਪੁਰਖ ਇਕੱਤਰ ਹੋਣ ਉਹਨੂੰ ਸਾਧ ਸੰਗਤ ਆਖਿਆ ਜਾਂਦਾ ਹੈ। ਜਿੱਥੇ ਆਮ ਗੁਰਸਿੱਖ ਇਕੱਠੇ ਹੁੰਦੇ ਨੇ, ਏਕ ਸਿੱਖ ਦੋ ਸਾਧ ਸੰਗ ਉਹ ਬਣ ਜਾਂਦੇ ਨੇ। ਪਰ ਜਿੱਥੇ ਬੰਦਗੀ ਕਰਨ ਵਾਲੇ ਮਹਾਂਪੁਰਖ ਇਕੱਤਰ ਹੁੰਦੇ ਨੇ ਉਹ ਸਾਧ ਸੰਗਤ ਬਣ ਜਾਂਦੀ ਹੈ। ਜਿੱਥੇ ਗੁਰੂ ਮਹਾਰਾਜ ਤੱਕ ਤੇ ਸੁਭਾਏ ਮਾਨ ਹੋ ਜਾਣ ਫਿਰ ਉਹ ਸਤ ਸੰਗਤ ਬਣਦੀ ਹੈ। ਵੱਡਾ ਭਾਗ ਸਤ ਸੰਗ ਹੋਏ। ਵੱਡਿਆਂ ਭਾਗਾਂ ਦੇ ਨਾਲ ਗੁਰੂ ਦੀ ਸਤ ਸੰਗਤ ਪ੍ਰਾਪਤ ਹੁੰਦੀ ਹੈ। ਨਿਵ ਲਾਗਾਂ ਪਾਈ, ਤੇ ਐਸੀ ਸਤ ਸੰਗਤ ਵਿੱਚ ਆ ਕੇ ਮੈਂ ਗੁਰੂ ਦੇ ਚਰਨੀ ਲੱਗਦਾ ਤੇ ਉਹਨੂੰ ਸੁਭਾਗਾ ਸਮਾਂ ਸਮਝਦਾ ਹਾਂ। ਮਨ ਦਰਸ਼ਨ ਕੀ ਪਿਆਸ ਹੈ, ਨਾਨਕ ਬਲ ਜਾਈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਭਾਈ ਸਾਡੇ ਮਨ ਦੇ ਵਿੱਚ ਵੀ ਉਸ ਗੁਰੂ ਪਰਮੇਸ਼ਰ ਦੇ ਤੇ ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਤਾਂਘ ਲੱਗੀ ਹੋਈ ਹੈ ਤੇ ਸਾਨੂੰ ਦਰਸ਼ਨ ਦੀਦਾਰੇ ਪ੍ਰਾਪਤ ਹੋਣ। ਨਾਨਕ ਬਲ ਜਾਈ, ਤੇ ਅਸੀਂ ਗੁਰੂ ਪਰਮੇਸ਼ਰ ਤੋਂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਤਾਰਜਨ ਸਗਲੀ ਮੋਹੀ। ਅਸੀਂ ਦੋਨਾਂ ਤੋਂ ਕੁਰਬਾਨ ਜਾਣੇ ਹਾਂ। ਸ਼ਲੋਕ ਪਤਤ ਪੁਨੀਤ ਗੋਬਿੰਦ ਹੈ, ਸਰਬ ਦੋਖ ਨਿਵਾਰਣ ਹੈ। ਲਓ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ 16ਵੇਂ ਸ਼ਲੋਕ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਵਡਿਆਈ ਉਚਾਰਨ ਕਰਦੇ ਨੇ। ਪਤਤ ਪੁਨੀਤ ਗੋਬਿੰਦ ਹੈ। ਉਹ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੁੰਗਤ ਪਾਈ। ਇਹ ਪਾਪੀ ਸਨ, ਅਜਾਮਲ ਵੀ, ਅਜਾਮਲ ਪਾਪੀ ਜਗ ਜਾਣੇ। ਨਿਮਕ ਮਾਹੀ ਨਿਸਤਾਰਾ, ਉਹ ਵਾਹਿਗੁਰੂ ਜੀ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲੇ ਨੇ, ਸਰਬ ਦੋਖ ਨਿਵਾਰਨ ਹੈ। ਤੇ ਫਿਰ ਉਹ ਵਾਹਿਗੁਰੂ ਸਾਰੇ ਦੋਸ਼ਾਂ ਨੂੰ, ਦੋਸ਼ ਤੋਂ ਭਾਵ ਜਿਹੜੇ ਸਾਡੇ ਜੀਵਨ ਦੇ ਵਿੱਚ ਐਬ ਨੇ, ਵੈਲ ਨੇ, ਔਗਣ ਨੇ, ਵਿਕਾਰ ਨੇ, ਇਹਨਾਂ ਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਨਾਸ਼ ਕਰਦਾ ਹੈ। ਸਰਣ ਸੂਰ ਭਗਵਾਨ ਹੈ, ਜਪੰਤ ਨਾਨਕ ਹਰ ਹਰ ਹਰੇ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਪੰਤ ਨਾਨਕ ਹਰ ਹਰ ਹਰੇ। ਅਨਵੇਂ ਕਰਕੇ ਅਰਥ ਲੱਗੇਗਾ, ਜਦੋਂ ਅਸੀਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, 3 ਵਾਰੀ ਹੈ ਨਾ ਹਰ ਹਰ ਹਰੇ।
ਮਨ ਬਾਣੀ ਸਰੀਰ ਕਰਕੇ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ। ਸਰਨ ਸੂਰ ਭਗਵਾਨ ਹੈ। ਫਿਰ ਵਾਹਿਗੁਰੂ ਪਰਮੇਸ਼ਰ ਜਿਹੜੇ ਗੁਰਮੁਖ ਪਿਆਰੇ ਉਹਦਾ ਨਾਮ ਜਪਦੇ ਨੇ, ਫਿਰ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਰੱਖਦਾ। ਫਿਰ ਉਹਨਾਂ ਦੀ ਰੱਖਿਆ ਕਰਨ ਵਾਸਤੇ ਸੂਰਮਾ ਵੀ ਹੈ, ਡਰਪੋਕ ਨਹੀਂ, ਕਾਇਰ ਨਹੀਂ। ਜਿਵੇਂ ਆਮ ਕੋਈ ਮਾੜਾ ਬੰਦਾ ਕਿਸੇ ਨੂੰ ਸ਼ਰਨ ਨਹੀਂ ਦੇ ਸਕਦਾ, ਹਾਂ ਕੋਈ ਤਕੜਾ ਬੰਦਾ ਉਹ ਕਿਸੇ ਨੂੰ ਪਨਾਹ ਦਿੰਦਾ ਹੁੰਦਾ। ਮਾੜਾ ਤੇ ਡਰਦਾ ਪਨਾਹ ਦੇ ਹੀ ਨਹੀਂ ਸਕਦਾ। ਕਹਿੰਦਾ ਭਰਾਵਾ ਤੂੰ ਮੈਨੂੰ ਵੀ ਮਰਵਾਏਗਾ, ਮੈਂ ਨਹੀਂ ਤੈਨੂੰ ਰੱਖਣਾ, ਤੂੰ ਜਾ ਜਿੱਥੇ ਜਾਣਾ ਹੈ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਸਤੇ ਸੂਰਮਾ ਹੈ। ਆ ਜਿਵੇਂ ਭਾਈ ਨੰਦ ਲਾਲ ਜੀ ਵਰਗੇ ਹੋਰ ਕਈ ਧਰਮੀ ਬੰਦੇ ਜਿਨ੍ਹਾਂ ਦੇ ਧਰਮ ਨੂੰ ਔਰੰਗਜ਼ੇਬ ਮੌਕੇ ਦੀ ਹਕੂਮਤ ਬਦਲਣਾ ਚਾਹੁੰਦੀ ਸੀ, ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਏ। ਅਤੇ ਜਦੋਂ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਿਆ ਅਤੇ ਉਹਨੇ ਸੰਦੇਸ਼ ਭੇਜਿਆ, ਕਹਿਣ ਲੱਗਾ ਤੁਸੀਂ ਹਕੂਮਤ ਦੇ ਬਾਗੀਆਂ ਨੂੰ ਪਨਾਹ ਦਿੰਦੇ ਹੋ। ਤਾਂ ਕਲਗੀਧਰ ਪਾਤਸ਼ਾਹ ਦਾ ਜਵਾਬ ਸੀ, ਕਹਿਣ ਲੱਗੇ ਔਰੰਗਜ਼ੇਬ ਅਸੀਂ ਬਾਗੀਆਂ ਨੂੰ ਪਨਾਹ ਨਹੀਂ ਦਿੰਦੇ, ਹਾਂ ਜਿਨ੍ਹਾਂ ਦੇ ਧਰਮ ਨੂੰ ਤੂੰ ਨਸ਼ਟ ਕਰਨਾ ਚਾਹੁੰਦਾ ਉਹ ਧਰਮੀ ਬੰਦੇ ਸਾਡੀ ਸ਼ਰਨ ਵਿੱਚ ਆਏ ਨੇ। ਸਾਡੇ ਪਿਤਾ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ, ਹੁਣ ਅਸੀਂ ਇਹਨਾਂ ਦੀ ਬਾਂਹ ਫੜੀ ਹੈ, ਹੁਣ ਅਸੀਂ ਇਹਨਾਂ ਦੀ ਰੱਖਿਆ ਕਰਾਂਗੇ। ਉਹਨੇ ਦੁਬਾਰਾ ਸੁਨੇਹਾ ਭੇਜਿਆ, ਜਾਂ ਤਾਂ ਇਹਨਾਂ ਬਾਗੀਆਂ ਨੂੰ ਮੇਰੇ ਹਵਾਲੇ ਕਰ ਦਿਓ, ਵਰਨਾ ਫੌਜਾਂ ਚੜ੍ਹਨਗੀਆਂ, ਅਨੰਦਪੁਰ ਸਾਹਿਬ ਜੀ ਨੂੰ ਨੇਸ ਤੋਂ ਨਾਬੂਦ ਕੀਤਾ ਜਾਵੇਗਾ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਹੁਣ ਪਿਓ ਦਾ ਪੁੱਤ ਹੈ, ਹੁਣ ਦੇਰ ਨਾ ਕਰ, ਸ਼ਾਹੀ ਦਲ ਛੇਤੀ ਭੇਜ, ਅਸੀਂ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਹਾਂ। ਸਾਡੇ ਸੂਰਮੇ ਦੰਦੀਆਂ ਕਰੀਜਦੇ ਨੇ, ਆਓ ਸਹੀ ਤੁਹਾਨੂੰ ਲੋਹੇ ਦੇ ਚਣੇ ਚਬਾਵਾਂਗੇ। ਇਹ ਹੈ ਸੂਰਬੀਰਾਂ ਦੀ ਨਿਸ਼ਾਨੀ। ਹਜ਼ੂਰ ਕਹਿੰਦੇ ਨੇ ਸ਼ਰਨ ਆਇਆਂ ਦੀ ਵਾਹਿਗੁਰੂ ਰੱਖਿਆ ਕਰਨ ਵਾਸਤੇ ਸੂਰਬੀਰ ਹੈ। ਛੱਡਿਓ ਹਬ ਆਪ ਲਗੜੋ ਚਰਣਾ ਪਾਸ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਛੱਡਿਓ ਹਬ ਆਪ, ਉਹਨਾਂ ਨੇ ਸਾਰਾ ਆਪਾ ਭਾਵ ਹੰਕਾਰ ਛੱਡ ਦਿੱਤਾ ਹੈ। ਲਗੜੋ ਚਰਣਾ ਪਾਸ, ਉਹ ਹਰ ਵੇਲੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਜੁੜੇ ਰਹਿੰਦੇ ਨੇ। ਆਪਾ ਭਾਵ ਹੰਕਾਰ ਛੱਡ ਕੇ ਤੇ ਉਹ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ। ਨਠੜੋ ਦੁਖ ਤਾਪ ਨਾਨਕ ਪ੍ਰਭ ਪੇਖੰਦਿਆਂ। ਤੇ ਉਹਨਾਂ ਨੂੰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਨੇ। ਨਾਨਕ ਪ੍ਰਭ ਪੇਖੰਦਿਆਂ, ਜਦੋਂ ਉਹ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰੇ ਕਰਦੇ ਨੇ, ਨਠੜੋ ਦੁਖ ਤਾਪ, ਫਿਰ ਉਹਨਾਂ ਦਾ ਸਾਰਾ ਦੁੱਖ ਤੇ ਤਾਪ ਲੈ ਜਾਂਦਾ। ਦੁੱਖ ਜਨਮ ਮਰਨ ਦਾ ਤੇ ਤਾਪ ਤਿੰਨ ਨੇ, ਆਦਿ ਵਿਆਧੀ ਉਪਾਧੀ, ਇਹ ਵੀ ਸਾਰੇ ਉਹਨਾਂ ਦੇ ਨਾਸ਼ ਹੋ ਜਾਂਦੇ ਹਨ। ਪੌੜੀ ਮੇਲ ਲਹਿਓ ਦਇਆਲ ਟਹਿ ਪਏ ਦੁਆਰਿਆ। ਲਓ ਪੌੜੀ ਵਿੱਚ ਪਿਛਲੇ ਸ਼ਲੋਕਾਂ ਦਾ ਹੀ ਅਨੁਵਾਦ ਕਰਦੇ ਹਨ ਤੇ ਠੇਠ ਪੰਜਾਬੀ ਬੋਲੀ ਦੇ ਵਿੱਚ। ਮੇਲ ਲਹਿਓ ਦਇਆਲ ਟਹਿ ਪਏ ਦੁਆਰਿਆ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਗੁਰਸਿੱਖ ਗੁਰਮੁਖ ਬੰਦੇ ਇਉਂ ਬੇਨਤੀਆਂ ਕਰਦੇ ਨੇ, ਹੇ ਦਇਆ ਦੇ ਕਰ ਵਾਹਿਗੁਰੂ ਜੀ, ਅਸੀਂ ਆਪ ਜੀ ਦੇ ਦਰ 'ਤੇ ਟਹਿ ਪਏ ਹਾਂ, ਸਾਨੂੰ ਆਪਣੇ ਨਾਲ ਮੇਲ ਲਵੋ। ਮੇਲ ਲਹਿਓ ਦਇਆਲ ਟਹਿ ਪਏ ਦੁਆਰਿਆ, ਹੇ ਦਇਆ ਦੇ ਕਰ ਦਿਆਲੂ ਕਿਰਪਾਲੂ ਵਾਹਿਗੁਰੂ ਜੀ, ਅਸੀਂ ਆਪ ਜੀ ਦੇ ਦਰ ਦੀ ਸ਼ਰਨ ਟਹਿ ਪਏ ਹਾਂ ਤੇ ਤੁਸੀਂ ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਵੋ। ਰੱਖ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਹੇ ਦੀਨ ਦਿਆਲ ਵਾਹਿਗੁਰੂ ਜੀ, ਅਸੀਂ ਭਟਕਦੇ ਭਟਕਦੇ ਬਹੁਤੇ ਹਾਰ ਹੰਬ ਗਏ ਹਾਂ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਰਖ ਜੋਇਓ। ਅਸੀਂ ਜੂਨਾਂ ਵਿੱਚ ਭਟਕਦੇ ਭਟਕਦੇ ਹਾਰ ਹੰਬ ਗਏ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦਹਿ ਦਿਸ ਪ੍ਰਮੇ ਥੱਕ ਆਏ ਪ੍ਰਭ ਕੀ ਸਾਮ। ਅਸੀਂ ਹਾਰ ਹੰਬ ਕੇ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ। ਰੱਖ ਲਿਓ ਦੀਨ ਦਿਆਲ,
ਤੁਸੀਂ ਮਹਾਰਾਜ ਹੁਣ ਸਾਡੀ ਰੱਖਿਆ ਕਰੋ। ਕਿਉਂ ਤੁਹਾਡਾ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਤੁਸੀਂ ਜੁਗਾਂ ਜੁਗਾਂ ਤੋਂ ਆਪਣੇ ਭਗਤਾਂ ਦੀ ਲਾਜ, ਭਗਤਾਂ ਦੀ ਪੈਜ ਰੱਖਦੇ ਆਏ ਹੋ, ਅਤੇ ਅਸੀਂ ਵੀ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਅਤੇ ਸਾਡੀ ਵੀ ਲੱਜਿਆ ਰੱਖ ਲਵੋ। ਭਗਤ ਵਸ਼ਲ ਤੇਰਾ ਬਿਰਦ, ਹਰ ਪਤਤ ਉਧਾਰਿਆ। ਹੇ ਵਾਹਿਗੁਰੂ ਜੀ, ਹਰ ਪੱਤ ਤੋਂ ਉਧਾਰਿਆ। ਤੁਸੀਂ ਪਾਪੀਆਂ ਦਾ ਵੀ ਉਧਾਰ ਕਰਨ ਵਾਲੇ ਹੋ। ਭਗਤ ਵਸ਼ਲ ਤੇਰਾ ਬਿਰਦ, ਭਾਵੇਂ ਤੇਰਾ ਬਿਰਦ ਭਗਤ ਵਸ਼ਲ ਵੀ ਹੈ। ਭਗਤ ਵਸ਼ਲ ਤੋਂ ਭਾਵ ਹੈ ਤੁਸੀਂ ਭਗਤੀ ਨਾਲ ਪਿਆਰ ਕਰਦੇ ਹੋ। ਜਿਹੜਾ ਮਨੁੱਖ ਵਾਹਿਗੁਰੂ ਦੀ ਭਗਤੀ ਕਰਦਾ ਹੈ, ਭਗਤੀ 9 ਪ੍ਰਕਾਰ ਦੀ ਹੁੰਦੀ ਹੈ। ਸਰਵਣ ਸਿਮਰਨ ਆਉ ਕੀਰਤਨ, ਪਾਤ ਸੇਵ ਅਰਚਾਨ, ਦਾਸਾ ਸਕਪਨ ਬੰਦਨਾ ਸਰਬ ਨਿਵੇਦਨ ਜਾਣ। ਇੱਕ ਪ੍ਰੇਮਾ ਭਗਤੀ ਵੀ ਹੁੰਦੀ, ਇੱਕ ਪਰਾ ਭਗਤੀ ਵੀ ਹੁੰਦੀ। ਇਹ ਨਵਦਾ ਭਗਤੀ ਤੋਂ ਵੱਖਰੀ ਮੰਨੀ ਗਈ ਹੈ। ਅਤੇ ਭਗਤੀ ਦਾ ਅਰਥ ਮਹਾਂਪੁਰ ਕਰਦੇ ਸਨ ਭੈ ਤੇ ਭਾਉ ਵਿੱਚ ਰਹਿਣਾ। ਇਹਦਾ ਨਾਮ ਅਸਲੀ ਭਗਤੀ ਹੈ। ਅਤੇ ਵਾਹਿਗੁਰੂ ਭਗਤ ਵਸ਼ਲ ਹੈ, ਭਗਤੀ ਨਾਲ ਪਿਆਰ ਕਰਦਾ। ਭਗਤ ਭਗਤੀ ਕਰਦੇ ਨੇ ਅਤੇ ਵਾਹਿਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ। ਠੀਕ ਹੈ, ਵਾਹਿਗੁਰੂ ਤੇਰਾ ਭਗਤ ਵਸ਼ਲ ਬਿਰਧ ਹੈ, ਪਰ ਤੂੰ ਪਾਪੀਆਂ ਦਾ ਵੀ ਉਧਾਰ ਕਰਦਾ, ਕੇਵਲ ਭਗਤਾਂ ਦਾ ਹੀ ਨਹੀਂ। ਅਤੇ ਬੜੇ ਬੜੇ ਪਾਪੀ ਵੀ ਜਦੋਂ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ, ਅਜਾਮਲ ਵਰਗੇ, ਗਨਕਾ ਵਰਗੇ, ਬਾਲਮੀਕ ਵਰਗੇ, ਉਹਨਾਂ ਦਾ ਵੀ ਉਧਾਰ ਕਰ ਦੇਣਾ ਹੈ। ਤੁਝ ਬਿਨ ਨਾਹੀ ਕੋਏ, ਬਿਨੋ ਮੋਹਿ ਸਾਰਿਆ। ਹੇ ਵਾਹਿਗੁਰੂ ਜੀ, ਬਿਨੋ ਮੋਹਿ ਸਾਰਿਆ। ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਸਾਰਿਆ ਦਾ ਅਰਥ ਉਚਾਰਨ ਕਰ ਰਿਹਾ ਹਾਂ। ਮੈਂ ਤੁਹਾਡੇ ਚਰਨਾਂ ਵਿੱਚ ਅਰਦਾਸ, ਜੋਦੜੀ, ਪ੍ਰਾਰਥਨਾ ਕਰ ਰਿਹਾ ਹਾਂ। ਹੇ ਵਾਹਿਗੁਰੂ ਜੀ, ਤੁਝ ਬਿਨ ਨਾਹੀ ਕੋਈ, ਤੇਰੇ ਬਿਨਾਂ ਸਾਡਾ ਕੋਈ ਵਾਲੀ ਵਾਰਸ ਨਹੀਂ ਹੈ। ਅਸੀਂ ਤੁਹਾਡੇ 'ਤੇ ਇੰਨਾ ਭਰੋਸਾ ਕਰ ਲਿਆ, ਜਿਵੇਂ ਕੋਈ ਛੋਟਾ ਸ਼ੀਰਖੋਰ ਬੱਚਾ, ਉਹ ਮਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਮਹਾਰਾਜ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਮਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਅਸੀਂ ਤੁਹਾਡੀ ਸ਼ਰਨ ਲੈ ਲਈ ਹੈ, ਇਸੇ ਲਈ ਮਹਾਰਾਜ ਤੁਸੀਂ ਕਿਰਪਾ ਕਰੋ, ਸਾਡੀ ਰੱਖਿਆ ਕਰੋ। ਕਰ ਗਹਿ ਲਿਹੋ ਦਇਆਲ, ਸਾਗਰ ਸੰਸਾਰਿਆ। ਇਹ ਸੱਚੇ ਪਾਤਸ਼ਾਹ, ਇਹ ਸੰਸਾਰ ਸਮੁੰਦਰ ਹੈ। ਸੰਸਾਰ ਸਮੁੰਦੇ ਤਾਰ ਬਿੰਦਾ ਤਾਰ ਲੈ ਬਾਪ ਵੇਖ ਲੈ। ਤੁਸੀਂ ਮਹਾਰਾਜ ਕਰ ਗਏ ਲਿਹੋ ਦਇਆਲ, ਦਇਆ ਦੇ ਕਰ ਵਾਹਿਗੁਰੂ ਜੀ, ਤੁਸੀਂ ਸਾਡਾ ਹੱਥ ਫੜ ਲਵੋ। ਅਸੀਂ ਸੰਸਾਰ ਸਮੁੰਦਰ ਵਿੱਚ ਗੋਤੇ ਖਾ ਰਹੇ ਹਾਂ, ਡੁੱਬਦੇ ਜਾ ਰਹੇ ਹਾਂ। ਤੁਸੀਂ ਸਾਡਾ ਹੱਥ ਫੜ ਲਵੋ। ਇੱਕ ਤਾਂ ਬਾਹਰਲਾ ਹੱਥ ਵੀ ਹੁੰਦਾ ਜੋ ਸਰੀਰ ਦਾ ਅੰਗ ਹੈ, ਪਰ ਇੱਥੇ ਅੰਤਰੀਵ ਅਰਥ ਮਹਾਂਪੁਰਖ ਇਹ ਕਰਦੇ ਸਨ ਵੀ ਜਿਹੜਾ ਸਾਡੇ ਮਨ ਦਾ ਸੰਕਲਪ ਰੂਪੀ ਹੱਥ ਹੈ, ਇਹ ਤੁਸੀਂ ਫੜ ਲਵੋ। ਭਾਵ ਸਾਡੇ ਮਨ ਦੇ ਵਿੱਚ ਕੋਈ ਮਾੜਾ ਸੰਕਲਪ ਉੱਠੇ ਹੀ ਨਾ, ਬਸ ਜੋ ਉੱਠੇ ਉਹ ਤੁਹਾਡੀ ਭਗਤੀ ਦਾ, ਸਿਮਰਨ ਦਾ ਹੀ ਸੰਕਲਪ ਪੈਦਾ ਹੋਵੇ। ਕਰ ਗਹਿ ਲਿਓ ਦਇਆਲ, ਤੁਸੀਂ ਸਾਡੇ ਮਨ ਦਾ ਸੰਕਲਪ ਰੂਪੀ ਹੱਥ ਫੜ ਲਵੋ। ਸਾਡੇ ਮਨ ਦੇ ਵਿੱਚ ਮਾੜਾ ਫੁਰਨਾ ਨਾ ਉੱਠਣ ਦਿਓ। ਅਸੀਂ ਸੰਸਾਰ ਸਮੁੰਦਰ ਵਿੱਚ ਗੋਤੇ ਖਾ ਰਹੇ ਹਾਂ। ਆ ਜਿਹੜੇ ਪੰਜਾਬ ਨੂੰ 5 ਦਰਿਆਵਾਂ ਦੀ ਧਰਤੀ ਮੰਨਿਆ ਜਾਂਦਾ ਹੈ, ਪਰ ਇਹਦੇ ਵਿੱਚ 6ਵਾਂ ਨਸ਼ਿਆਂ ਦਾ ਦਰਿਆ ਵੀ ਵਗ ਰਿਹਾ, ਜਿਹਦੇ ਵਿੱਚ ਕਈ ਨੌਜਵਾਨ ਡੁੱਬ ਰਹੇ ਨੇ। ਕੋਈ ਸ਼ਰਾਬ ਦੇ ਪਿਆਲਿਆਂ ਦੇ ਵਿੱਚ ਡੁੱਬਦਾ ਜਾ ਰਿਹਾ ਹੈ, ਕੋਈ ਆ ਜਿਹੜੇ ਨਵੇਂ ਨਸ਼ੇ ਨੇ, ਚਿੱਟਾ ਵੀ ਜਿਹਨੂੰ ਕਹਿ ਦਿੰਦੇ ਨੇ, ਉਹਦੇ ਵਿੱਚ ਨੌਜਵਾਨ ਜ਼ਿੰਦਗੀਆਂ ਬਰਬਾਦ ਕਰ ਰਹੇ ਨੇ। ਹਜ਼ੂਰ ਕਹਿੰਦੇ ਸੰਸਾਰ ਸਮੁੰਦਰ ਹੈ, ਇਹਦੇ ਨਸ਼ਿਆਂ ਵਿਸ਼ਿਆਂ ਦੇ ਵਿੱਚ ਅਸੀਂ ਡੁੱਬਦੇ ਜਾ ਰਹੇ ਹਾਂ। ਤੁਸੀਂ ਸਾਡੇ ਮਨ ਦਾ ਸੰਕਲਪ ਰੂਪੀ ਹੱਥ ਫੜ ਲਓ ਅਤੇ ਸਾਨੂੰ ਬਾਹਰ ਕੱਢ ਲਵੋ। ਇਹ ਅਸੀਂ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਇਹ ਹੈ ਪਾਵਨ ਗੁਰਬਾਣੀ ਦੀ ਵਿਚਾਰ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ। ਜੋ ਗੁਰਬਾਣੀ ਦੀ ਸਿੱਖਿਆ ਹੈ, ਉਪਦੇਸ਼ ਹੈ, ਇਹਨੂੰ ਆਪਾਂ ਆਪਣੇ ਜੀਵਨ ਵਿੱਚ ਵਸਾਈਏ, ਸੋ ਪ੍ਰਵਾਨ ਜਸ ਹਿਰਦੈ ਵਸਾਈ। ਹੁਣ ਜਿੰਨਾ ਚਿਰ ਆਪਾਂ ਦਵਾਈ ਖਾਈਏ ਨਾ, ਉਹ ਦਵਾਈ ਸਾਡੇ ਅੰਦਰ ਨਾ ਜਾਵੇ, ਉਹਨਾਂ ਚਿਰ ਬਿਮਾਰੀ ਨਹੀਂ ਹਟ ਸਕਦੀ। ਅਤੇ ਅਸੀਂ ਜਿਹੜੀ ਬਾਣੀ ਪੜ੍ਹਦੇ ਹਾਂ, ਕੁਰਲੀਆਂ ਕਰਦੇ ਹਾਂ, ਜਦੋਂ ਸਾਡੇ ਅੰਦਰ ਇਹ ਜਾਵੇਗੀ, ਇਹ ਦਵਾਈ ਅੰਦਰ ਜਾ ਕੇ ਇਹਨੇ ਫਿਰ ਆਰਾਮ ਕਰਨਾ ਹੈ।
ਇਸੇ ਲਈ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਜੋ ਕੁਝ ਗਾਵਿਆ ਤੇ ਸੁਣਿਆ ਹੈ ਇਹਨੂੰ ਸਾਡੇ ਜੀਵਨ ਵਿੱਚ ਵਸਾ ਦਿਓ, ਸਾਡੇ ਤੁਰ ਅੰਦਰ ਹਿਰਦੇ ਤੱਕ ਪਹੁੰਚਾ ਦਿਓ, ਫਿਰ ਹੀ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ ਤੇ ਅਸੀਂ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਦੀ ਅਵਸਥਾ ਦੇ ਅਧਿਕਾਰੀ ਬਣ ਸਕਦੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਰਖ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ। ਕਾਰਗਹਿ ਲਿਹੋ ਦਇਆਲ ਸਾਗਰ ਸੰਸਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।